Good morning, students. Today I will make this session related to the new syllabus which is updated by the CBSE board in few days ago. We all know that the CBSE has been reduced their 30% syllabus due to the COVID-19 for session 2020 and 21 for 9th to 12th class. In this session, I am discuss about to the class 12th new syllabus for our commerce streams. In next session, I will discussing about to the arts and other streams syllabus. Without wasting your time, we are starting from this session. ਸੈਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਵਾ ਅਸੀਂ ਗੱਲ ਕਰਾਂਗੇ ਅਕਾਊਂਟੈਂਸੀ ਦੇ ਬਾਰੇ। ਅਕਾਊਂਟੈਂਸੀ ਦੇ ਵਿੱਚ ਜਿਹੜੀ +2 ਕਮਰਸ ਦੇ ਵਿੱਚ ਆ, ਉਹਦੇ ਵਿੱਚ ਜਿਹੜਾ ਇਸ ਵਾਰ ਦਾ ਮਾਰਕਸ ਸੈਸ਼ਨ ਰੱਖਿਆ ਗਿਆ ਉਹਨਾਂ ਨੇ 80 ਮਾਰਕਸ ਦਾ ਜਿਹੜਾ ਵਾ ਟੋਟਲ ਤੁਹਾਡਾ ਪੇਪਰ ਹੋਏਗਾ। ਉਹਦੇ ਵਿੱਚ 20 ਮਾਰਕਸ ਤੁਹਾਡੇ ਪ੍ਰੋਜੈਕਟ ਦੇ 3 ਆਵਰਸ ਦਾ ਜਿਹੜਾ ਤੁਹਾਡਾ ਪੇਪਰਸ ਹੋਏਗਾ। ਦੇਖੋ ਉਹਦੇ ਵਿੱਚ ਕਿਵੇਂ ਪਾਰਟਸ ਬਣਾਏ ਗਏ ਨੇ ਤੇ ਉਹਦੇ ਮਾਰਕਸ ਡਿਸਟ੍ਰੀਬਿਊਸ਼ਨ ਕਿੱਦਾਂ ਕੀਤੀ ਗਈ ਆ। ਦੇਖੋ ਫਸਟ ਏ ਪਾਰਟ ਆ ਜਿਹਦੇ ਵਿੱਚ ਤੁਹਾਡੇ ਕੋਲ ਕੀ ਆਏਗਾ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਐਂਡ ਪਾਰਟਨਰਸ਼ਿਪ। ਦੋ ਕੰਪਨੀਜ਼ ਜਿਹੜੀਆਂ ਨੇ ਉਹ ਇਨਕਲੂਡ ਕੀਤੀਆਂ ਨੇ ਤੇ ਇਹਦੇ ਨਾਲ ਤੁਹਾਨੂੰ ਯੂਨਿਟਸ ਦੇ ਵਿੱਚ ਤੁਸੀਂ ਕੀ ਪੜ੍ਹਨਾ ਵਾ। ਦੇਖੋ ਫਸਟ ਯੂਨਿਟ ਦੇ ਵਿੱਚ ਤੁਸੀਂ ਪੜ੍ਹਨਾ ਵਾ ਪ੍ਰੋਫਿਟ ਫਾਈਨੈਂਸ਼ੀਅਲ ਸਟੇਟਮੈਂਟ ਆਫ ਦੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ। 25 ਪੀਰੀਅਡਸ ਹੋਣਗੇ ਤੇ 10 ਮਾਰਕਸ ਦਾ ਇਹਦੇ ਵਿੱਚੋਂ ਪੇਪਰ ਦੇ ਵਿੱਚ ਆਏਗਾ। ਨੈਕਸਟ ਹੈਗਾ ਵਾ ਸੈਕਿੰਡ ਯੂਨਿਟ। ਸੈਕਿੰਡ ਯੂਨਿਟ ਦੇ ਵਿੱਚ ਆਈ ਆ ਤੁਹਾਡੀ ਅਕਾਊਂਟਿੰਗ, ਯਾਨੀ ਕਿ ਪਾਰਟਨਰਸ਼ਿਪ ਫਰਮਸ ਦੇ ਨਾਲ ਰਿਲੇਟ ਕਰੇਗਾ। 90 ਪੀਰੀਅਡਸ ਨੇ 90 ਐਂਡ 30 ਮਾਰਕਸ ਦਾ ਇਹਦੇ ਵਿੱਚੋਂ ਕੰਸੀਡਰ ਹੋਏਗਾ। ਨੈਕਸਟ ਹੈ ਤੁਹਾਡੇ ਕੋਲ ਅਕਾਊਂਟਿੰਗ ਫॉर ਕੰਪਨੀਜ਼। ਹੁਣੇ ਅਕਾਊਂਟਿੰਗ ਫॉर ਕੰਪਨੀਜ਼ ਦੇ ਲਈ ਨੇ ਜਿਹਦੇ ਵਿੱਚ ਅਸੀਂ ਸ਼ੇਅਰ ਕੈਪੀਟਲਸ ਤੇ ਡਿਵੈਂਚਰਸ ਬਾਰੇ ਪੜਾਂਗੇ। 35 ਲੈਕਚਰ ਨੇ ਤੇ ਕਿੰਨੇ ਮਾਰਕਸ ਦਾ ਆਏਗਾ ਤੁਹਾਨੂੰ ਉਹਦੇ ਵਿੱਚੋਂ 20 ਮਾਰਕਸ ਦਾ, ਯਾਨੀ ਕਿ ਸਾਡੇ ਜਿਹੜੇ ਪ੍ਰੋਫਿਟ ਐਂਡ ਲਾਸ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਐਂਡ ਅਕਾਊਂਟਿੰਗ ਫॉर ਅ ਕੰਪਨੀਜ਼ ਦੇ ਵਿੱਚੋਂ 60 ਮਾਰਕਸ ਦਾ ਪੇਪਰ ਆਏਗਾ। ਦੈਨ ਤੁਹਾਡੇ ਕੋਲ ਹੈ ਪਾਰਟ ਬੀ, ਉਹਦੇ ਵਿੱਚ ਆਏਗਾ ਫਾਈਨੈਂਸ਼ੀਅਲ ਸਟੇਟਮੈਂਟਸ। ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚ ਤੁਹਾਨੂੰ ਕੀ ਆ ਰਿਹਾ ਵਾ, ਐਨਾਲਾਈਜ਼ ਆਫ ਟੂ ਦੀ ਫਾਈਨੈਂਸ਼ੀਅਲ ਸਟੇਟਮੈਂਟ ਐਂਡ ਕੈਸ਼ ਫਲੋ, ਯਾਨੀ ਕਿ ਤੁਹਾਡਾ ਨੰਬਰ ਆਫ ਜਿਹੜੇ ਚੈਪਟਰ ਸੀਗੇ, ਯਾਨੀ ਕਿ ਰੇਸ਼ੀਓ ਚੈਪਟਰ ਕੱਟਿਆ ਗਿਆ, ਕਾਮਨ ਕੰਪੈਰੇਟਿਵ ਬੈਲੈਂਸ ਸ਼ੀਟਸ ਵਾਲਾ ਕੱਟਿਆ ਗਿਆ, ਤਾਂ 2-3 ਚੈਪਟਰ ਇਹਦੇ ਵਿੱਚੋਂ ਕੱਟੇ ਗਏ ਤੇ ਉਹਦੇ ਬਾਰੇ ਅੱਗੇ ਵੀ ਫਰਦਰ ਡਿਸਕਸ ਕਰਾਂਗੇ ਇਹਦੇ ਚੈਪਟਰ ਦੇ ਵਿੱਚ, ਇਸ ਸੈਸ਼ਨ ਦੇ ਵਿੱਚ। ਪੂਰਾ ਸੈਸ਼ਨ ਦੀ ਵੀਡੀਓ ਤੁਸੀਂ ਪੂਰੇ ਐਂਡ ਤੱਕ ਦੇਖਣੀ ਹੈ ਕਿਉਂਕਿ ਇਹ ਸੈਸ਼ਨ ਜਿਹੜਾ ਵਾ ਕਾਫੀ ਲੰਬਾ ਜਾਏਗਾ, ਕਿਉਂਕਿ ਇਹਦੇ ਵਿੱਚ ਮੈਂ ਪੂਰਾ ਸਿਲੇਬਸ ਜਿਹੜਾ ਵਾ ਕਮਰਸ ਸਟਰੀਮ ਦਾ ਉਹ ਪੂਰਾ ਕੰਪਲੀਟ ਇਹਦੇ ਵਿੱਚ ਡਿਸਕਸ ਕਰਾਂਗੇ। ਤੇ ਇਹ ਤੁਹਾਨੂੰ ਦੇਖੋ ਕਿੰਨੇ ਮਾਰਕ ਤੁਹਾਡੇ 30 ਲੈਕਚਰ ਲੱਗਣਗੇ। ਐਨਾਲਾਈਸਿਸ ਆਫ ਦੀ ਫਾਈਨੈਂਸ਼ੀਅਲ ਸਟੇਟਮੈਂਟ ਤੇ ਉਹਦੇ ਵਿੱਚ ਤੁਹਾਨੂੰ 12 ਮਾਰਕਸ ਆਏਗਾ ਤੇ ਲਾਸਟ ਦੇ ਵਿੱਚ ਜਿਹੜਾ ਕੈਸ਼ ਫਲੋ ਸਟੇਟਮੈਂਟ ਦੇ ਵਿੱਚੋਂ ਆ 8 ਮਾਰਕਸ ਦਾ ਕੁਐਸਚਨ ਆਏਗਾ ਤੇ ਤੁਹਾਡਾ 20 ਪੀਰੀਅਡਸ ਉਹਦੇ ਵਿੱਚੋਂ ਇਨਕਲੂਡ ਹੋਣਗੇ। ਤੇ ਇਹਦੇ ਵਿੱਚ ਤੁਹਾਡੇ ਟੋਟਲ ਪੀਰੀਅਡ ਲੱਗਣਗੇ 50 ਤੇ ਤੁਹਾਡਾ ਟੋਟਲ ਮਾਰਕਸ ਕਿੰਨੇ ਨੇ 20। ਜੋ ਤੁਸੀਂ ਪੂਰਾ ਪੇਪਰ ਦੀ ਗੱਲ ਕਰੋ ਤਾਂ ਇਹਦਾ ਟੋਟਲ ਕਰੋਗੇ ਤਾਂ 80 ਮਾਰਕਸ ਦਾ ਪੇਪਰ ਬਣ ਚੁੱਕਿਆ ਹੋਏਗਾ। ਪ੍ਰੋਜੈਕਟ ਦੇ ਵਿੱਚ ਦੇਖੋ 20 ਮਾਰਕਸ ਦਾ ਤੁਹਾਡਾ ਪ੍ਰੋਜੈਕਟ ਸੈਸ਼ਨ ਹੋਏਗਾ। ਹੁਣ ਉਹਦੇ ਵਿੱਚ ਕੀ ਆ, ਦੇਖੋ ਉਹਨਾਂ ਨੇ ਵੰਡਿਆ ਹੋਇਆ, ਦੇਖੋ ਪ੍ਰੋਜੈਕਟ ਫਾਈਲ ਜਿਹੜੀ ਆ ਉਹ ਤੁਹਾਡੇ 4 ਮਾਰਕਸ ਦੀ ਆਏਗੀ। 12 ਮਾਰਕਸ ਦਾ ਤੁਹਾਡਾ ਰਿਟਨ ਟੈਸਟ ਹੋਏਗਾ ਤੇ 4 ਮਾਰਕਸ ਦਾ ਜਿਹੜਾ ਤੁਹਾਡਾ ਵਾਈਵਾ ਹੋਏਗਾ। ਹੁਣ ਜਿਹੜਾ ਤੁਹਾਡਾ ਰਿਟਨ ਜਿਹੜਾ ਟੈਸਟ ਹੋਏਗਾ ਉਹ 1 ਆਵਰਸ ਦਾ ਹੋਏਗਾ, ਉਹ ਵੀ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ। ਤਾਂ ਇਸ ਤਰੀਕੇ ਨਾਲ ਤੁਹਾਡਾ ਜਿਹੜਾ ਚੈਪਟਰ ਆ ਉਹ ਬਣ ਜਾਏਗਾ। ਤੇ ਸੈਕਿੰਡ ਜਿਹੜਾ ਵਾ ਉਹ ਕੰਪਿਊਟਰਾਈਜ਼ ਅਕਾਊਂਟੈਂਸੀ ਆ, ਉਹ CBSE ਬੋਰਡ ਨੂੰ ਹੈ। ਤਾਂ ਉਹਦੇ ਵਿੱਚ ਵੀ ਤੁਹਾਡਾ ਜਿਹੜਾ ਸਿਲੇਬਸ ਆ ਉਹ ਮੈਂਸ਼ਨ ਕੀਤਾ ਗਿਆ। ਦੇਖੋ ਇਹਦੇ ਵਿੱਚ ਕੀ ਆ, ਕੰਪਿਊਟਰ ਅਕਾਊਂਟਿੰਗ ਆਏਗਾ ਤੁਹਾਨੂੰ ਇਹਦੇ ਵਿੱਚ, ਠੀਕ ਹੈ ਜੀ। ਕੰਪਿਊਟਰ ਅਕਾਊਂਟਿੰਗ 50 ਦੇ ਵਿੱਚ ਆਏਗਾ। ਪ੍ਰੈਕਟੀਕਲ ਵਰਕ ਆਏਗਾ ਤੁਹਾਨੂੰ, ਪ੍ਰੈਕਟੀਕਲ ਵਰਕ ਉਹ 20 ਮਾਰਕਸ ਦਾ ਵਾ ਜਿਹੜੇ ਬੱਚੇ ਇਸ ਚੀਜ਼ ਨੂੰ ਰੱਖਦੇ ਆ। ਦੇਖੋ ਨੈਕਸਟ ਸਾਡੇ ਕੋਲ ਕੀ ਆ, ਨੈਕਸਟ ਹੈ ਸਾਡੇ ਕੋਲ ਅਕਾਊਂਟਿੰਗ ਜਿਹੜੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਤੇ ਪਾਰਟਨਰਸ਼ਿਪਸ ਤੇ ਕੰਪਨੀਜ਼ ਦੇ ਵਿੱਚ ਅਸੀਂ ਕੀ ਪੜ੍ਹਨਾ ਵਾ। ਦੇਖੋ ਟੌਪਿਕਸ ਆ ਰਹੇ ਨੇ ਤੁਹਾਡੇ ਕੋਲ। ਟੌਪਿਕ ਦੇ ਵਿੱਚ ਦੇਖੋ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੇ ਵਿੱਚ ਤੁਹਾਡੇ ਕੋਲ ਕੰਸੈਪਟ ਆਏਗਾ ਰਿਸਿਪਟ ਐਂਡ ਪੇਮੈਂਟ ਅਕਾਊਂਟ ਐਂਡ ਇਟਸ ਫੀਚਰਸ, ਦੈਨ ਇਨਕਮ ਐਂਡ ਐਕਸਪੈਂਡੀਚਰ ਅਕਾਊਂਟਸ ਤੇ ਉਹਦੇ ਵਿੱਚ ਤੁਹਾਡੇ ਜਿਹੜੇ ਨੇ ਐਡੀਸ਼ਨਲ ਇਨਫੋਰਮੇਸ਼ਨਸ ਵੀ ਆਉਣਗੀਆਂ। ਸਕੋਪਸ ਤੁਸੀਂ ਪੜ੍ਹਨੇ, ਉਹਦੇ ਵਿੱਚ ਸਕੋਪਸ ਦੇ ਵਿੱਚ ਆਏਗਾ ਤੁਹਾਡਾ ਟ੍ਰੇਡਿੰਗ ਅਕਾਊਂਟ ਆਏਗਾ, ਐਂਟਰੈਂਸ ਆਫ ਐਡਮਿਸ਼ਨ ਫੀਸਿਸ ਤੇ ਐਡਜਸਟਮੈਂਟ ਆਫ ਟੂ ਦੀਆਂ ਕੁਐਸਚਨਸ ਨੇ ਜਿਹੜੇ ਕਿ ਰਿਕਾਰਡ ਤੇ ਨਾਟ ਰਿਕਾਰਡਡ ਵਾਲੇ ਕੁਐਸਚਨਸ ਹੋਣਗੇ। ਤੇ ਲਰਨਿੰਗ ਆਊਟਕਮਸ ਕੀ ਹੋਣਗੇ, ਤੁਸੀਂ ਕੀ ਪੜ੍ਹੋਗੇ, ਇਹ ਤੋਂ ਤੁਸੀਂ ਕੀ ਚੀਜ਼ਾਂ ਸਿੱਖ ਸਕਦੇ ਹੋ। ਦੇਖੋ ਇਹਦੇ ਵਿੱਚ ਤੁਸੀਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੇ ਬਾਰੇ ਡਿਸਟਿੰਗੁਇਸ਼ਿੰਗ ਪੜ੍ਹੋਗੇ, ਰਿਸਿਪਟ ਐਂਡ ਪੇਮੈਂਟ ਅਕਾਊਂਟ ਬਾਰੇ ਪੜ੍ਹੋਗੇ, ਅੰਡਰਸਟੈਂਡ ਕਰੋਗੇ ਉਹਦੇ ਫੀਚਰਸ ਤੇ ਸਟੇਟਸ ਆਫ ਐਕਸਪੈਂਡੀਚਰ ਅਕਾਊਂਟ ਪੜ੍ਹਿਆ ਜਾਊਗਾ ਤੇ ਡਿਵੈਲਪ ਕਰੋਗੇ ਤੁਸੀਂ ਜਿਹੜੇ ਹੋਰ ਅਦਰਸ ਜਿਹੜੇ ਵਰਕਸ ਨੇ ਉਹਨਾਂ ਨੂੰ, ਤੇ ਉਹਦੇ ਬਾਰੇ ਤੁਸੀਂ ਸਾਰੀ ਇਨਫੋਰਮੇਸ਼ਨ ਗੇਨ ਕਰੋਗੇ। ਆਈ ਹੋਪ ਤੁਹਾਨੂੰ ਇਹ ਚੀਜ਼ ਪਤਾ ਲੱਗੀ ਹੋਊਗੀ, ਠੀਕ ਹੈ ਜੀ। ਨੈਕਸਟ ਦੇਖਦੇ ਹਾਂ ਇਹਦੇ ਵਿੱਚ ਹੋਰ ਕੀ ਚੀਜ਼ਾਂ ਨੇ।
बस यही चीज़ आ। तो ये सैकेंड यूनिट के जोड़ा पार्टनरशिप आ वो बारे डिस्कस की जाऊगी। देखो नैक्सट है साढ़े को नैक्सट ये ही आ पार्टनरशिप के पढ़ोगे। देखो पार्टनरशिप पार्टनरशिप के फीचर्स पार्टनरशिप डीड के बारे 1932 एक्ट्स की प्रोविजनस आउंदियां ने फिक्सड एंड फ्लक्चुएटिंग कैपिटल अकाउंट प्रॉफिट एंड लॉस डिवीजन ऑफ प्रॉफिट अमंगस्ट टू दिया प्रॉफिट गारंटी प्रॉफिट ये बारे पढ़ोगे। पास्ट एडजस्टमेंट है गुडविल का नेचर्स तो एडवांटेजेस तो वो प्रॉफिट्स के बारे आफ्टर गोइंग थ्रू जो स्टूडेंट्स आ तो होर किस चीज़ के लिए ये जो तुम पढ़ते हो तुहानू की चीज़ा रिजल्ट मिलने। देखो तुम ये पार्टनरशिप के बारे पढ़ लोगे पार्टनरशिप फर्म किस तरीके नाल चलती है डीड की होंगे ये फीचर्स की ने कंटेंट की ने ये सिग्निफिकेंस ते एरिया प्रोविजनस की ने इस एक्ट के डिफरेंशिएट पढ़ोगे तुम फिक्सड से फ्लक्चुएटिंग कैपिटल अकाउंट्स तो प्रॉफिट एंड लॉस एप्रोप्रिएशन अकाउंट के डिफरेंस पढ़ोगे तो स्किल्स जी ने डिवेलप हो जाएगियाँ। नैक्सट जोड़ा है वो कुछ खास नहीं है। नैक्सट जोड़ा वा वो असी गल करांगे जोड़ा पार्टनरशिप फर्म जी रैकोनाइजेशन है या डिसल्यूशन की पढ़नी है। चेंज ऑफ प्रॉफिट शेयरिंग रेशो सैक्रीफाइस गेनिंग इन्होंने चीज़ों के बारे गल करांगे। एडमिशन ऑफ पार्टनर्स ये बारे पढ़ांगे ठीक है जी। तो इस तो इलावा असी की आ रिटायरमेंट तो डैथ बारे पढ़ांगे ठीक है जी। डैथ ऑफ द पार्टनर रिटायरमेंट ऑफ द पार्टनर्स वो लाइबिलिटी एसेट्स किमें ट्रीट किए जाएंगे। कैलकुलेशन ऑफ टू द डिक्रीज ऑफ पार्टनर भी जेकर पार्टनर जा रहा वा तो एग्जीक्यूटर अकाउंट इन्होंने बारे गल करांगे। डिसल्यूशन ऑफ फर्म्स बारे गल करांगे ये मीनिंग्स बारे। तो जेकर ये गल की जाए भी तुम ये की चीज़ां सीखोगे तो ये देखो सीखण तुहाडे लई की आ तुसीं ये सीखोगे भी किस तरीके नाल जिहड़ियां पास्ट एडजस्टमेंट किवें हुंदी आ नेचर्स ते पर्पस की हुंदे आ गुडविल्स दे अंडरस्टैंडिंग ऑफ गुडविल ते डिफरेंट डिफरेंट मैथड्स पढ़ांगे। सैक्रीफाइस गेनिंग रेशो बारे पढ़ांगे अंडरस्टैंडिंग डिवेलप करांगे अकाउंटिंग ट्रीटमेंट्स के बारे। प्रॉफिट एंड लॉस जो न्यू पार्टनर्स आउंदा तो प्रॉफिट शेयरिंग रेशो किद्दां होएगी जेकर पार्टनर हट के जांदा तो एसेट्स नूं किवें रीअसैस किया जाऊगा। तो ये सारियां चीज़ां तुहानूं इहदे विच पढ़न नूं मिलणगीਆਂ। तो लास्ट ये है डिसल्यूशन जेकर पार्टनरशिप फर्म्स ही होंगी तो वो टाइप्स की ने ठीक है। तो वो जोड़े किहड़े अकाउंट्स बनगे रियलाइजेशन अकाउंट बनेगा तो की होएगा। तो लास्ट असीं उहदे बारे डिस्कस करांगे भी जी कैपिटल होएगी वो किस तरीके नाल डिस्ट्रीब्यूट अगे हो जाएगी। नैक्सट है साढ़े को इन्होंने दसिया किहड़े अकाउंट्स बनगे वो असीं गल कर चुके हैं। इंसॉल्वेंसी अकाउंट्स तो डिस्ट्रीब्यूशन इन्होंने चीज़ों बारे असीं डिस्कस करांगे ठीक है। तो ये पार्टनरशिप डिजोल्वेशनस तो वो रियलाइजेशन सारिया चीज़ों बारे पता लगूगा। अकाउंटिंग ऑफ कंपनीज जोड़े कंपनीज के अकाउंट ने हुण उहदे विच देखो असीं की पढ़ांगे। उहदे साढ़े को सब तो पहला आएगा देखो शेयर कैपिटल मोस्ट इंपॉर्टेंट चैप्टर है इस अकाउंट का। शेयर कैपिटल कैपिटल्स ते टाइप्स पढ़ांगे। अकाउंटिंग ट्रीटमेंट अलॉटमेंट इक्विटी शेयर प्रैफरेंस शेयर्स इन्होंने बारे पढ़ांगे। कंसैप्ट पढ़ांगे प्राइवेट प्लेसमेंट्स एंड इंप्लॉयमेंट्स स्टॉक ओपीनियन प्लान्स ते अकाउंटिंग ट्रीटमेंट्स पढ़ांगे। फोरफिटेड तो रीइशूज़ का तो डिस्कलोजर ऑफ टू दिया बैलेंस शीट। तो ये बाद जो तुम बच्चों काफ़ी कुछ पता लगेगा भी जो कंपनीज होंगे ने किमें डील करदियां ने किस तरीके नाल सारा वर्क करदियां ने। कंपनीज एक्ट जो 2013 सीगा वो सानू की पढ़न नूं मिलिया तो वो की चीज़ां सीगियां वो सारा कुछ इत्थे पता लगूगा। नैक्सट जोड़ा इहदा पार्ट आ वो हैगा अकाउंटिंग ऑफ डिवेंचर्स। तो असीं ये पढ़ांगे डिवेंचर्स किमें इशू होंगे आ प्रीमियम के उत्ते डिस्काउंट के उत्ते आर पार के उत्ते कैश नॉन कैश रिडम्पशन किमें होएगी डिस्काउंट किमें इशू होएगा वो सारा कुछ। तो ये सानू पता लगेगा भी 2013 जोड़े कंपनीज एक्ट आ वो डिवेंचर्स की किस तरीके नाल ट्रीटमेंट होंदी आ तो ये रिलेटेड असीं सारा कुछ पढ़ांगे। नैक्सट है साढ़े कोल भी डिस्काउंट उन्होंने दसिया भी डिस्काउंट किमें होएगा रिडम्पशन जोड़ा डिवेंचर होंदा किमें होंदा लमसम किमें आ ड्रॉ ऑफ टू दिया लॉट्स किमें होगा क्रिएशन ऑफ डिवेंचर रिडम्पशन की होंदा वा तो ये बारे सारा कुछ पढ़ांगे। नैक्सट जोड़ा पार्ट बनता वो हैगा फाइनैंशियल स्टेटमेंट एनालाइसिस का। तो वो साडियां स्टेटमेंट्स पढ़नियां देखो किहड़ियां स्टेटमेंट्स ने जिहड़ियां असीं पढ़नियां ने। देखो हुण ये सानू की आ फाइनैंशियल स्टेटमेंट्स के की पढ़ना वा देखो इन्होंने लिखा आ भी तुसीं एक तो फाइनैंशियल स्टेटमेंट एनालाइसिस पढ़ोगे। टूल्स ऑफ फाइनैंशियल स्टेटमेंट एनालाइसिस आएगा कॉमन कंपैरेटिव बैलेंस शीट्स कैश फ्लो ठीक है रेशो एनालाइसिस। तो उस तो बाद हैगा साडे कोल अकाउंटिंग इक्वेशनस ने ठीक है। ये साडे कोल लिक्विड रेशो आ सॉल्वेंसी रेशो आ एक्टिविटी रेशो आ तो ये चीज़ां जिहड़ियां ने सानू अकाउंटिंग दे विच पढ़न नूं मिलणगीਆਂ तो असीं इन्हां नूं पढ़ना वा। तो इन्हां बेस के उत्ते ही साडा जिहड़ा प्रैक्टिकल आ आएगा। नैक्सट जोड़ा है साढ़े को हाँ जी असीं ये पढ़ चुके हैं एक्टिविटीज़ से सॉल्वेंसी। नैक्सट देखो साढ़े को की आ नैक्सट है साढ़े को
ਇਹਦੇ ਵਿੱਚ ਹੋਰ ਕਿਹੜੀਆਂ ਰੇਸ਼ੋ ਪੜ੍ਹਨੀਆਂ ਪੈਣਗੀਆਂ ਸਾਨੂੰ, ਦੇਖੋ ਪ੍ਰੋਫਿਟੇਬਿਲਿਟੀ ਰੇਸ਼ੋ ਪੜ੍ਹਨੀ ਪਏਗੀ, ਗ੍ਰੋਸ ਪ੍ਰੋਫਿਟ, ਨੈਟ ਪ੍ਰੋਫਿਟ ਰੇਸ਼ੋ, ਰਿਟਰਨਸ ਔਨ ਇਨਵੈਸਟਮੈਂਟ, ਇਹ ਸਾਰੀਆਂ ਰੇਸ਼ੋ ਪੜ੍ਹਨੀਆਂ ਪੈਣਗੀਆਂ। ਨੈਕਸਟ ਹੈਗਾ ਕੈਸ਼ ਫਲੋ ਸਟੇਟਮੈਂਟ। ਕੈਸ਼ ਫਲੋ ਸਟੇਟਮੈਂਟ ਦੇ ਵਿੱਚ ਅਸੀਂ ਮੀਨਿੰਗ ਪੜ੍ਹਾਂਗੇ, ਉਹਦੇ ਆਬਜੈਕਟਿਵ ਪੜ੍ਹਾਂਗੇ, ਉਹਦੀ ਐਡਜਸਟਮੈਂਟਸ ਪੜ੍ਹਾਂਗੇ, ਤੇ ਉਸ ਤੋਂ ਇਲਾਵਾ ਅਸੀਂ ਹੋਰ ਕੀ ਪੜ੍ਹਨਾ ਵਾ ਇਹਦੇ ਵਿੱਚ, ਓਵਰਡਰਾਫਟ, ਕੈਸ਼ ਕ੍ਰੈਡਿਟ ਟ੍ਰੀਟਮੈਂਟਸ, ਬੋਰਿੰਗਸ ਤੇ ਕਰੰਟ ਇਨਵੈਸਟਮੈਂਟ, ਇਹਨਾਂ ਚੀਜ਼ਾਂ ਦੇ ਬਾਰੇ ਪੜ੍ਹਾਂਗੇ। ਤੇ ਸਾਨੂੰ ਜਿਹੜਾ ਬੱਚਿਆਂ ਨੂੰ ਇਹਦੇ ਵਿੱਚੋਂ ਕੀ ਓਵਰਵਿਊ ਨਿਕਲੇਗਾ, ਸਾਨੂੰ ਪਤਾ ਲੱਗੇਗਾ ਵੀ ਕੈਸ਼ ਫਲੋ ਸਟੇਟਮੈਂਟ ਵੀ ਜਦੋਂ ਅਸੀਂ ਪੈਸਾ ਬਾਹਰੋਂ ਰਾਈਜ਼ ਕਰਨਾ ਤਾਂ ਕਿਵੇਂ ਰਾਈਜ਼ ਕਰਨਾ ਤੇ ਕੀ ਟਰਮਸ ਐਂਡ ਕੰਡੀਸ਼ਨਾਂ ਹੋਣਗੀਆਂ। ਤੇ ਇਹ ਸੀਗਾ ਜਿਹੜਾ ਸਾਡਾ ਅਸਲ ਦੇ ਵਿੱਚ ਜਿਹੜਾ ਸਾਡਾ ਵਰਕ ਚੱਲਦਾ ਵਾ। ਇਹ ਤੋਂ ਇਲਾਵਾ ਜੇਕਰ ਤੁਸੀਂ ਕੰਪਿਊਟਰਾਈਜ਼ਡ ਅਕਾਊਂਟਿੰਗ ਦਾ ਵਰਕ ਕਰ ਰਹੇ ਹੋ ਜਾਂ ਉਹ ਸੈਸ਼ਨ ਲਿਆ ਹੋਇਆ ਵਾ, ਤਾਂ ਤੁਹਾਨੂੰ ਕੀ ਆ, ਇੰਟਰੋਡਕਸ਼ਨ ਆਫ ਅਕਾਊਂਟਿੰਗ ਪ੍ਰਿੰਸੀਪਲਸ ਪੜ੍ਹਨੇ ਪੈਣਗੇ, ਫੀਚਰਸ ਆਫ ਅਕਾਊਂਟਿੰਗ, ਕੰਪਿਊਟਰਾਈਜ਼ ਅਕਾਊਂਟਿੰਗ ਸਿਸਟਮ ਪੜ੍ਹਨਾ ਪੈਣਾ ਵਾ, ਸਟਰਕਚਰ ਪੜ੍ਹਨਾ ਪੈਣਾ ਉਹਦਾ, ਜਰਨਲਾਈਜ਼ ਪੜ੍ਹਨਾ ਪੈਣਾ ਵਾ, ਤੇ ਇਲੈਕਟ੍ਰੋਨਿਕ ਸਪਰੈਡਸ਼ੀਟਸ ਜਿਹੜੀਆਂ ਹੁੰਦੀਆਂ ਨੇ ਉਹ ਪ੍ਰਪੇਅਰ ਕਰਨੀਆਂ ਪੈਣਗੀਆਂ। ਠੀਕ ਹੈ ਜੀ। ਕੰਪਿਊਟਰਾਈਜ਼ਡ ਅਕਾਊਂਟਿੰਗ ਜਿਹੜੇ ਕੰਟਰੈਕਟਸ ਨੇ ਜਾਂ ਕੰਪਿਊਟਰਾਈਜ਼ਡ ਅਕਾਊਂਟਿੰਗ ਸਿਸਟਮ ਨੇ ਉਹ ਸਾਰਾ ਤੁਹਾਨੂੰ ਪੜ੍ਹਨਾ ਪੈਣਾ, ਡਾਟਾ ਐਂਟਰਿੰਗ ਤੇ ਡਾਟਾ ਕਿਵੇਂ ਐਨਾਲਾਈਜ਼ ਕਰਨਾ, ਗ੍ਰਾਫਿਕਸ, ਚਾਰਟ, ਡਾਇਗਰਾਮ, ਇਹ ਸਾਰਾ ਕੁਝ ਪੜ੍ਹਨ ਨੂੰ ਤੁਹਾਨੂੰ ਮਿਲੇਗਾ। ਤੇ ਇਸ ਤੋਂ ਇਲਾਵਾ ਹੋਰ ਕੀ ਹੋਏਗਾ, ਡਾਟਾਬੇਸ ਮੈਨੇਜਮੈਂਟ ਸਿਸਟਮ ਆਏਗਾ ਤੁਹਾਨੂੰ, ਜਿਹਦੇ ਵਿੱਚ ਅਸੀਂ ਕਨਸੈਪਟ ਪੜ੍ਹਾਂਗੇ ਇਹਦੇ। ਠੀਕ ਹੈ ਜੀ। ਕਨਸੈਪਟਸ ਪੜ੍ਹਾਂਗੇ ਇਹਦੇ, ਐਪਲੀਕੇਸ਼ਨ, ਬਿਜ਼ਨਸ ਐਪਲੀਕੇਸ਼ਨ ਪੜ੍ਹਾਂਗੇ, ਅਕਾਊਂਟਿੰਗ ਇਨਫੋਰਮੇਸ਼ਨ ਪੜ੍ਹਾਂਗੇ। ਦੈਨ ਜਿਹੜਾ ਤੁਹਾਡਾ ਪ੍ਰੈਕਟੀਕਲ ਵਰਕਸ ਆ ਉਹਦੀ ਗਾਈਡਲਾਈਨ ਦੇਖੋ ਕੀ ਕੀਤਾ ਗਿਆ ਵਾ। ਜਿਹੜਾ ਫਾਈਨੈਂਸ਼ੀਅਲ ਸਟੇਟਮੈਂਟ +1 +2 ਦੇ ਲਈ ਆ, NCERT ਬੁੱਕਸ ਜਿਹੜੀਆਂ ਅਲਾਓ ਕੀਤੀਆਂ ਗਈਆਂ ਨੇ ਉਹਦੇ ਵਿੱਚੋਂ ਤੁਸੀਂ ਇਹ ਚੈਪਟਰ ਚੱਕਣੇ ਆ। ਤੇ ਜੇਕਰ ਤੁਸੀਂ ਕੰਪਿਊਟਰਾਈਜ਼ ਸਿਸਟਮ ਲਿਆ ਤਾਂ ਉਹਦੇ ਲਈ ਵੀ ਗਾਈਡਲਾਈਨ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ, ਤਾਂ ਉਹ ਤੁਸੀਂ ਕਿਵੇਂ ਕਰਨੀਆਂ ਨੇ ਦੇਖੋ। ਤਾਂ ਇਹਦੇ ਵਿੱਚ ਦੇਖੋ ਦਿੱਤਾ ਗਿਆ ਵਾ ਵੀ ਕਿਸ ਤਰੀਕੇ ਦੇ ਆਉਣਗੇ। ਪਹਿਲਾ ਹੈਗਾ ਰਿਮੈਂਬਰਿੰਗ ਐਂਡ ਅੰਡਰਸਟੈਂਡਿੰਗ, ਤੁਸੀਂ ਇਹ ਰਿਮੈਂਬਰਿੰਗ ਤੇ ਅੰਡਰਸਟੈਂਡਿੰਗ ਕਰਨੀਆਂ ਨੇ ਵੀ ਕਿਸ ਚੀਜ਼ਾਂ ਦੀ ਹੁੰਦੀਆਂ ਨੇ, ਫਿਰ ਉਹਨੂੰ ਅਪਲਾਈ ਕਰਨਾ, ਐਨਾਲਾਈਜ਼ਿੰਗ ਆਫ ਇਵੈਲੂਏਟਿੰਗ ਐਂਡ ਕੈਟਰਿੰਗਸ, ਤੇ ਇਹ ਸਾਰੀਆਂ ਚੀਜ਼ਾਂ ਪੜ੍ਹ ਕੇ ਤੁਸੀਂ ਸਾਰਾ ਕੁਝ ਜਿਹੜਾ 80 ਮਾਰਕਸ ਦਾ ਤੁਹਾਡਾ ਪੇਪਰ ਆ ਉਹਨੂੰ ਉਸੇ ਤਰੀਕੇ ਨਾਲ ਗੇਨ ਕਰਕੇ ਆਪਣਾ ਜਿਹੜਾ ਸਟਰਕਚਰ ਆ ਉਸ ਤਰੀਕੇ ਨਾਲ ਪ੍ਰਪੇਅਰ ਕਰਨਾ ਵਾ। ਇਹ ਤੁਹਾਡਾ ਅਕਾਊਂਟੈਂਸੀ ਦਾ ਜਿਹੜਾ ਪੇਪਰ ਡਿਜ਼ਾਈਨਿੰਗ ਆ ਉਹ ਦੱਸਿਆ ਗਿਆ ਵਾ। ਦੇਖੋ ਰਿਮੈਂਬਰਿੰਗ ਕੀ ਆਣਗੇ ਵੀ ਤੁਹਾਨੂੰ ਮਟੀਰੀਅਲ ਦਿੱਤਾ ਜਾਏਗਾ ਜਿਹਦੇ ਵਿੱਚ ਤੁਹਾਡੇ ਡੈਮੋਸਟ੍ਰੇਟਿਵ ਹੋਣਗੇ, ਡਿਸਟ੍ਰਿਕਟਿਵ ਹੋਣਗੇ ਤੇ ਸਟੇਟਮੈਂਟ ਵਾਈਜ਼ ਆਈਡੀਆ ਹੋਣਗੇ। ਅਪਲਾਈ ਕਰਨਾ ਆਪਣੀ ਟੈਕਨੀਕਸ ਨੂੰ ਤੇ ਐਨਾਲਾਈਜ਼ ਕਰਨਾ ਸਾਰੀਆਂ ਚੀਜ਼ਾਂ ਨੂੰ, ਤੇ ਪੇਪਰ ਦੇ ਵਿੱਚੋਂ ਵਧੀਆ ਮਾਰਕਸ ਗੇਨ ਕਰਨੇ ਆ। ਨੈਕਸਟ ਹੈਗਾ ਵਾ ਟੀਚਰਸ ਗਾਈਡਲਾਈਨ, ਵੀ ਜਿਹੜਾ ਪ੍ਰੋਜੈਕਟ ਦੇ ਰਿਲੇਟਡ ਬੱਚਿਆਂ ਦੀ ਕਿਵੇਂ ਹੈਲਪ ਕਰਨੀ ਹੈ। ਦੇਖੋ ਬੱਚਿਆਂ ਨੂੰ ਕੀ ਇੱਕ ਟੌਪਿਕ ਦੇਣਾ ਵਾ ਇੰਟਾਇਰ ਈਅਰ ਦੇ ਵਿੱਚ ਵੀ ਤੁਸੀਂ ਉਹ ਕੰਪਲੀਟ ਕਰਨਾ ਵਾ, ਉਹਦੇ ਤੇ ਡਿਸਕਸ਼ਨ ਹੋਊਗੀ ਕਲਾਸ ਦੇ ਵਿੱਚ, ਉਹਦੀਆਂ ਸਬਮਿਸ਼ਨ ਹੋਏਗਾ ਉਹਨਾਂ ਦਾ ਪ੍ਰੋਜੈਕਟ ਦਾ, ਤੇ ਟੀਚਰਸ ਕੀ ਆ ਉਹ ਫੈਸਿਲਿਟੇਟ ਦਾ ਰੋਲ ਪਲੇ ਕਰੇਗਾ, ਜਾਣੀ ਕਿ ਉਹ ਬੱਚਿਆਂ ਨੂੰ ਦੱਸੇਗਾ ਵੀ ਕਿਸ ਤਰੀਕੇ ਨਾਲ ਕਰਨਾ ਵਾ, ਬਟ ਸਾਰਾ ਵਰਕ ਜਿਹੜਾ ਵਾ ਬੱਚੇ ਪ੍ਰਪੇਅਰ ਕਰਨਗੇ। ਬੱਚੇ ਪ੍ਰੈਜੈਂਟੇਸ਼ਨ ਬਣਾ ਸਕਦੇ ਆਪਣੀ ਕਲਾਸ ਦੇ ਵਿੱਚ ਪ੍ਰੋਜੈਕਟ ਦੇ ਵਿੱਚ ਬਿਫੋਰ। ਠੀਕ ਹੈ ਜੀ। ਤੇ ਬੱਚੇ ਕੀ ਆ ਆਪਣੀ ਸੈਲਫ ਸਟਰੀਮਸ ਤੇ ਹੋਰ ਚੀਜ਼ਾਂ ਨੂੰ ਵੀ ਗੇਨ ਕਰ ਸਕਦੇ ਆ, ਤੇ ਇਸ ਚੀਜ਼ ਨੂੰ ਇੰਜੋਏ ਕਰਨਾ ਵਾ ਬੱਚਿਆਂ ਨੇ। ਤੇ ਜਿਹੜਾ ਟੀਚਰ ਆ ਉਹ ਉਹਨਾਂ ਨੂੰ ਹੈਲਪ ਕਰੇਗਾ ਇਨੋਵੇਟਿੰਗ ਆਈਡੀਆ ਬਣਾਉਣ ਦੇ ਵਿੱਚ ਤੇ ਉਹਨਾਂ ਨੂੰ ਕ੍ਰੀਏਟ ਕਰਨ ਦੇ ਵਿੱਚ। ਠੀਕ ਹੈ ਜੀ। ਤੇ ਨੈਕਸਟ ਸਾਡੇ ਕੋਲ ਵੀ ਐਲੀਮੈਂਟਸ ਆਫ ਟੂ ਦੀ ਬਿਜ਼ਨਸ ਇਨਵਾਇਰਮੈਂਟ। ਇਹਦੇ ਉੱਤੇ ਜਿਹੜਾ ਵਾ ਤੁਹਾਡਾ ਇੱਕ ਪ੍ਰੋਜੈਕਟ ਬਣੇਗਾ ਜਿਹਦੇ ਵਿੱਚ ਤੁਸੀਂ ਚੇਂਜ ਵਿਟਨੈਸ ਕਰਨਾ ਫਿਊ ਈਅਰਸ ਦੀ ਮੋਡਸ ਦੇ ਵਿੱਚ ਵੀ, ਜੇ ਤੁਹਾਨੂੰ ਪੈਕੇਜ ਮਿਲਦਾ ਜਾਂ ਇਕਨੋਮਿਕ ਇੰਪੈਕਟ ਕੀ ਚੀਜ਼ਾਂ ਪੈਂਦੀਆਂ ਨੇ, ਟਰਾਂਸਪਰੈਂਸ਼ਨ ਪੜ੍ਹਨੀਆਂ ਨੇ, ਪ੍ਰੋਫਿਟ ਤੇ ਫਰੂਟਸ ਤੇ ਵੈਜੀਟੇਬਲਸ ਦੀਆਂ ਕਾਰਡਬੋਰਡਸ ਦੇ ਵਿੱਚ ਲਗਾ ਕੇ ਵੁਡਨ ਉਹਦੇ ਵਿੱਚ ਪੜ੍ਹਨਾ ਵਾ ਵੀ ਇਹਨਾਂ ਦੇ ਪ੍ਰਾਈਸਿਸ ਦੇ ਵਿੱਚ ਕੀ ਚੇਂਜਾਂ ਆਈਆਂ, ਤਾਂ ਉਹ ਚੀਜ਼ਾਂ ਬਾਰੇ ਤੁਸੀਂ ਇੱਥੇ ਡਿਸਕਸ ਕਰਨਾ ਵਾ। ਨੈਕਸਟ ਹੈ ਫਿਰ ਤੁਹਾਨੂੰ ਇਹਦੇ ਵਿੱਚ ਰੀਜ਼ਨਸ ਲੱਭਣੇ ਨੇ ਵੀ ਕਿਸ ਤਰੀਕੇ ਨਾਲ ਇਹ ਤੁਹਾਨੂੰ ਸਾਰਾ ਕੁਝ ਦਿੱਤਾ ਹੋਇਆ, ਤਾਂ ਤੁਸੀਂ ਇਸ ਚੀਜ਼ ਨੂੰ ਪੜ੍ਹ ਸਕਦੇ ਹੋ। ਮੈਂ ਇਹਨੂੰ ਪੂਰਾ ਐਕਸਪਲੇਨ ਨਹੀਂ ਕਰੂੰਗਾ ਕਿਉਂਕਿ ਐਕਸਪਲੇਨ ਕਰਨ ਲੱਗੇ ਕਾਫੀ ਟਾਈਮ ਲੱਗ ਜਾਏਗਾ। ਤਾਂ ਤੁਸੀਂ ਜਿਹੜੇ ਤੁਹਾਨੂੰ ਕਨਸੈਪਟ ਦਿੱਤੇ ਗਏ ਨੇ ਤਾਂ ਤੁਸੀਂ ਉਹ ਚੀਜ਼ਾਂ ਇਹਨਾਂ ਵਿੱਚੋਂ ਕਰਕੇ ਆਪਣਾ ਇੱਕ ਪ੍ਰੋਜੈਕਟ ਪ੍ਰਪੇਅਰ ਕਰ ਸਕਦੇ ਹੋ। ਪੂਰੇ ਸਾਲ ਦੇ ਵਿੱਚ ਇੱਕ ਪ੍ਰੋਜੈਕਟ ਇਹ ਤੁਸੀਂ ਬਣਾਉਣਾ ਹੋਏਗਾ, ਦਿੱਤਾ ਹੈ ਵਾਸ਼ਿੰਗ ਮਸ਼ੀਨ, ਮਾਈਕ੍ਰੋਵੇਵਸ, ਕੁਝ ਵੀ ਜਿਹੜਾ ਚੀਜ਼ ਤੁਹਾਨੂੰ ਹੈਗੀਆਂ ਨੇ ਜਿਹੜਾ ਤੁਹਾਨੂੰ ਵਧੀਆ ਲੱਗਦਾ ਵਾ ਤਾਂ ਉਹ 'ਤੇ ਤੁਸੀਂ ਇੱਕ ਪ੍ਰੋਜੈਕਟ ਬਣਾ ਸਕਦੇ ਹੋ। ਨੈਕਸਟ ਹੈਗਾ ਵਾ ਜਿਹੜਾ 2 ਪ੍ਰੋਜੈਕਟਸ ਬਣਾਉਣੇ ਆ, ਮੈਨੇਜਮੈਂਟ ਆਫ ਪ੍ਰਿੰਸੀਪਲਸ, ਯਾਨੀ ਕਿ ਬਿਜ਼ਨਸ ਸਟੱਡੀ ਦਾ ਵਾ ਤੁਹਾਡੇ ਉੱਤੇ। ਠੀਕ ਹੈ ਜੀ। ਤਾਂ ਇਹਦੇ ਵਿੱਚ ਤੁਸੀਂ ਡਿਪਾਰਟਮੈਂਟਲ ਸਟੋਰ, ਇੰਡਸਟਰੀਜ਼ ਯੂਨਿਟਸ ਜਾਂ ਫਾਸਟ ਫੂਡ ਆਊਟਲੈਟ ਜਾਂ ਹੋਰ ਆਰਗੇਨਾਈਜੇਸ਼ਨ ਦੇ ਬਾਰੇ ਪੜ੍ਹਨਾ ਵਾ। ਹੈਨਰੀ ਫਿਊਲ ਦੇ ਜਿਹੜੇ 14 ਪ੍ਰਿੰਸੀਪਲਸ ਨੇ ਤੁਸੀਂ ਉਹਦੇ ਬਾਰੇ ਡਿਸਕਸ ਕਰਨੀ ਹੈ ਇਹਦੇ ਉੱਤੇ। ਠੀਕ ਹੈ ਜੀ। ਜਾਂ ਇਹਦੇ ਉੱਤੇ ਇੰਟਾਇਰ ਐਪਲੀਕੇਸ਼ਨ ਦੇ ਉੱਤੇ ਤੁਸੀਂ ਇਹਨਾਂ ਦੇ ਸਾਇੰਟੀਫਿਕ ਮੈਨੇਜਮੈਂਟ ਜਿਹੜੀਆਂ ਨੇ ਉਹਦੀ ਟੈਕਨੀਕਸ ਜਿਹੜੀਆਂ ਬਣਾਈਆਂ ਗਈਆਂ ਸੀਗੀਆਂ ਤਾਂ ਉਹ ਚੀਜ਼ਾਂ ਤੁਸੀਂ ਇਹਦੇ ਉੱਤੇ ਇੰਪਲੀਮੈਂਟ ਕਰਕੇ ਦੇਖਣਾ ਵਾ। ਇਹ ਮੈਨੇਜਮੈਂਟ ਜਿਹੜਾ ਤੁਹਾਡਾ ਬਿਜ਼ਨਸ ਦਾ ਵਾ, ਇਹ ਉਹਦਾ ਪ੍ਰੋਜੈਕਟ ਆ। ਤਾਂ ਉਹਦੇ ਵਿੱਚ ਜਿਹੜਾ ਟੀਚਰਸ ਨੂੰ ਕੀ ਟਿਪਸ ਨੇ ਵੀ ਜਸਟ ਟੀਚਰ ਕੀ ਆ ਇੱਕ ਆਰਗੇਨਾਈਜ਼ ਕਰੇਗਾ ਵਿਜ਼ਿਟ, ਜਿਹਦੇ ਵਿੱਚ ਉਹ ਜਾ ਕੇ ਬੱਚੇ ਸਾਰਾ ਕੁਝ ਦੇਖ ਸਕਣਗੇ। ਉਹਨਾਂ ਨੂੰ ਇਨਵਾਇਰਨਮੈਂਟ ਦੇ ਵਿੱਚ ਕੰਮ ਕਰਨਾ, ਗਰੁੱਪ ਦੇ ਵਿੱਚ ਕਿਸ ਤਰੀਕੇ ਨਾਲ ਐਕਟੀਵਿਟੀਜ਼ ਕਰਨੀਆਂ ਨੇ ਤੇ ਕਿਸ ਤਰੀਕੇ ਨਾਲ ਵਰਕ ਪਰਫਾਰਮ ਕਰਨਾ, ਕਮਿਊਨੀਕੇਸ਼ਨ ਸਕਿੱਲਸ ਤੇ ਉਹਨਾਂ ਦੇ ਪੈਟਰਨਸ ਆਫ ਆਰਗੇਨਾਈਜੇਸ਼ਨ, ਉਹ ਸਾਰਾ ਕੁਝ ਸਮਝਾਏਗਾ ਇੱਕ ਟੀਚਰ। ਨੈਕਸਟ ਜਿਹੜਾ ਹੋਰ ਪ੍ਰੋਜੈਕਟ ਆ ਉਹ ਹੈਗਾ ਸਟਾਕ ਐਕਸਚੇਂਜ ਦੇ ਉੱਤੇ ਆ ਵੀ ਸਟਾਕ ਐਕਸਚੇਂਜ ਜਿਹੜੀ ਪ੍ਰੋਸੈਸ ਆ ਉਹ ਕਿਵੇਂ ਆ ਤੇ ਉਹਦੇ ਵਿੱਚ ਕਿਸ ਤਰੀਕੇ ਨਾਲ ਵਰਕ ਚੱਲਦਾ ਵਾ, ਤੇ ਉਹਦੇ ਬਾਰੇ ਸਾਰਾ ਕੁਝ ਦੱਸਿਆ ਜਾਏਗਾ ਵੀ ਸਟਾਕ ਐਕਸਚੇਂਜ ਦੇ ਵਿੱਚ ਸ਼ੇਅਰਸ ਕਿਵੇਂ ਸੇਲ ਪਰਚੇਸ ਕੀਤੇ ਜਾਂਦੇ ਆ, ਫਾਈਨੈਂਸ ਤੇ ਕੈਪੀਟਲ ਮਾਰਕੀਟ ਕੀ ਹੁੰਦੀਆਂ ਨੇ। ਤਾਂ ਇਹਦੇ ਉੱਤੇ ਸਾਰਾ ਇੱਕ ਪ੍ਰੋਜੈਕਟ ਬਣੇਗਾ ਤੁਹਾਡਾ, ਤਾਂ ਤੁਸੀਂ ਇਹਦੇ ਉੱਤੇ ਵੀ ਇੱਕ ਪ੍ਰੋਜੈਕਟ ਬਣਾ ਸਕਦੇ ਹੋ।
ਤੇ ਇਹਦੇ ਵਿੱਚ ਸਾਰੀ ਗਾਈਡਲਾਈਨਸ ਦਿੱਤੀਆਂ ਹੋਈਆਂ ਨੇ, ਤਾਂ ਤੁਸੀਂ ਇਹਦਾ ਸਕਰੀਨਸ਼ਾਟ ਮਾਰ ਕੇ ਵੀ ਤੁਸੀਂ ਇਹਨੂੰ ਕਰ ਸਕਦੇ ਹੋ, ਕਿਉਂਕਿ ਮੈਂ ਜ਼ਿਆਦਾ ਪ੍ਰੋਜੈਕਟ ਨੂੰ ਐਕਸਪਲੇਨ ਨਹੀਂ ਕਰੂੰਗਾ। ਦੇਖੋ ਪ੍ਰੋਜੈਕਟ ਦੇ ਵਿੱਚ ਮਾਰਕੀਟਿੰਗ ਦੇ ਲਈ ਤੁਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਇਨਕਲੂਡ ਕਰ ਸਕਦੇ ਹੋ, ਤਾਂ ਉਹਦੀ ਲਿਸਟ ਹੈ। ਤਾਂ ਉਹ ਤੁਸੀਂ ਲਿਸਟ ਆਪਣੀ ਸਕਰੀਨਸ਼ਾਟ ਮਾਰ ਕੇ ਤਾਂ ਬੱਚੇ ਇਹਦੇ ਵਿੱਚੋਂ ਦੇਖ ਕੇ ਲਿਖ ਸਕਦੇ ਆ ਵੀ ਅਸੀਂ ਕੀ ਚੀਜ਼ਾਂ ਕਰਨੀਆਂ ਤੁਹਾਡੇ ਪ੍ਰੋਜੈਕਟਸ ਲਈ ਨੇ। ਤੁਹਾਡੇ ਲਈ 52 ਜਿਹੜੇ ਪ੍ਰੋਜੈਕਟਸ ਦੇ ਜਿਹੜੇ ਡਿਮਾਂਡਸ ਜਾਂ ਮਟੀਰੀਅਲ ਦਿੱਤੇ ਗਏ ਨੇ, ਵੀ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਪ੍ਰੋਜੈਕਟ ਇਹਨਾਂ ਦੇ ਉੱਤੇ ਬੇਸਡ ਬਣਾ ਸਕਦੇ ਹੋ। ਠੀਕ ਹੈ ਜੀ, 77 ਦਿੱਤੇ ਗਏ ਨੇ। ਠੀਕ ਆ, ਤੇ ਟੀਚਰਸ ਨੂੰ ਗਾਈਡਲਾਈਨਸ ਨੇ ਵੀ ਇਹਨਾਂ ਨੂੰ ਦੱਸਿਆ ਜਾਵੇ ਵੀ ਲੋਗੋ ਕੋਈ ਵੀ ਇੱਕ ਪ੍ਰੋਡਕਟ ਜਿਹੜਾ ਵਾ ਉਹ ਬਣਾ ਸਕਦੇ ਆ, ਤੇ ਉਹ ਕੋਈ ਵੀ ਬ੍ਰਾਂਡਸ ਜਿਹੜੇ ਨੇ ਮਾਰਕੀਟ ਦੇ ਵਿੱਚ ਮਿਲਦੇ ਆ ਉਹਦੇ ਬਾਰੇ ਦੱਸਿਓ, ਉਹਦਾ ਨੇਮ, ਪ੍ਰੋਡਕਟ ਦਾ ਨੇਮ ਕੀ ਸੀਗਾ, ਫੀਚਰਸ ਕੀ ਨੇ, ਲੈਵਲ ਕੀ ਨੇ, ਲੋਗੋ ਕੀ ਆ, ਕਿਵੇਂ ਡਿਜ਼ਾਈਨ ਕੀਤਾ ਗਿਆ, ਸੇਲਿੰਗ ਪ੍ਰਾਈਸ ਕੀ ਆ, ਰਿਟੇਲ ਪ੍ਰਾਈਸ ਕੀ ਆ। ਤਾਂ ਉਹਦੀ ਸਾਰੀ ਡਿਟੇਲ ਤੁਸੀਂ ਕੀ ਆ ਉਹ ਪ੍ਰਪੇਅਰ ਕਰਨੀ ਆ, ਤੇ ਸਾਰਾ ਕੁਝ ਮੈਨੇਜ ਕਰਕੇ ਉਹਦੇ ਵਿੱਚੋਂ ਤੁਸੀਂ ਇੱਕ ਪ੍ਰੋਜੈਕਟ ਜਿਹੜਾ ਵਾ ਉਹ ਕ੍ਰੀਏਟ ਕਰ ਲੈਣਾ ਵਾ। ਤੇ ਇਹ ਪ੍ਰੋਜੈਕਟਸ ਦੇ ਸਾਰਾ ਟਾਈਪਸ ਆ ਵੀ ਤੁਸੀਂ ਜਿਹੜਾ ਪ੍ਰੋਡਕਟ ਕੋਈ ਵੀ ਲੈ ਰਹੇ ਹੋ ਤਾਂ ਪ੍ਰੋਡਕਟ ਦਾ ਕੀ ਪ੍ਰਾਈਸ ਆ, ਗਾਈਡਲਾਈਨ ਉਹਦੀਆਂ ਸਾਰਾ ਕੁਝ, ਤੇ ਪ੍ਰੈਜੈਂਟੇਸ਼ਨ ਤੇ ਸਬਮਿਸ਼ਨ ਆਫ ਪ੍ਰੋਜੈਕਟ ਰਿਪੋਰਟ ਇਹ ਤੁਸੀਂ ਕੰਪਲੀਟ ਕਰਨੀਆਂ ਨੇ। ਠੀਕ ਹੈ ਜੀ, ਇਹਨਾਂ ਦੱਸਿਆ ਪ੍ਰੋਜੈਕਟ ਸ਼ੁੱਡ ਬੀ ਹੈਂਡ ਰਿਟਨ ਹੋਣਾ ਚਾਹੀਦਾ, 20 to 30 ਪੇਜਸ ਦਾ ਹੋਣਾ ਚਾਹੀਦਾ ਵਾ, ਤੇ ਇਹ ਕੀ ਹੈ ਇੱਕ ਨੀਟ ਫੋਲਡਰ ਦੇ ਵਿੱਚ ਪਾਇਆ ਗਿਆ ਹੋਵੇ। ਠੀਕ ਹੈ ਜੀ, ਤੇ ਇਹਨੂੰ ਡਿਵੈਲਪ ਕਰਨੀ ਹੈ, ਇੱਕ ਸੀਕੁਐਂਸ ਵਾਈਜ਼ ਜਿਹੜੀ ਰਿਪੋਰਟ ਆ ਉਹ ਤਿਆਰ ਕਰਨੀ ਆ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਤੁਸੀਂ ਇੱਕ ਇਹਨੂੰ ਕਵਰ ਪੇਜ ਦੇ ਨਾਲ ਇਹਨੂੰ ਪ੍ਰੋਪਰ ਡੈਕੋਰੇਟ ਕਰਕੇ ਈਅਰ ਦੇ ਵਿੱਚ ਜਿਹੜਾ ਪ੍ਰੋਜੈਕਟ ਆ ਉਹਨੂੰ ਸਬਮਿਟ ਕਰਾਉਣਾ ਵਾ। ਤੇ ਇਹਦੇ ਵਿੱਚ ਜਿਹੜਾ ਟੀਚਰ ਆ ਉਹ ਸਿਰਫ ਉਹਦੀ ਹੈਲਪ ਕਰੇਗਾ ਜਾਂ ਦੂਸਰਾ ਪਰਸਨ ਉਹਦੀ ਹੈਲਪ ਕਰੇਗਾ, ਤੇ ਇਹਦਾ ਸੂਟੇਬਲ ਟਾਈਟਲ ਦੇ ਕੇ ਤੁਸੀਂ ਇਹ ਪ੍ਰੋਜੈਕਟ ਨੂੰ ਆਬਜ਼ਰਵੇਸ਼ਨ ਸਾਰੀਆਂ ਚੀਜ਼ਾਂ ਜਿੱਥੇ ਤੁਸੀਂ ਵਿਜ਼ਿਟ ਕੀਤਾ ਉਹ ਸਾਰਾ ਕੁਝ ਐਕਸਪਲੇਨ ਕਰ ਦੇਣਾ ਵਾ। ਤੇ ਇਹਦੇ ਲਈ ਤੁਹਾਡੇ ਅਸੈਸਮੈਂਟ ਲੱਗੇਗੀ। ਦੇਖੋ ਹੁਣ ਤੁਹਾਡਾ 20 ਮਾਰਕਸ ਕਿਵੇਂ ਡਿਸਕਲੋਜ਼ ਕੀਤਾ ਗਿਆ ਵਾ ਬਿਜ਼ਨਸ ਸਟੱਡੀ ਦੇ ਵਿੱਚ, ਤਾਂ ਤੁਹਾਡਾ ਇਨੀਸ਼ੀਏਟਿਵ, ਕੋਆਪਰੇਟਿਵਨੈਸ, ਪਾਰਟੀਸਪੇਸ਼ਨ 2 ਨੰਬਰ ਮਿਲਣਗੇ। ਕ੍ਰੀਏਟਿਵ ਇਨ ਪ੍ਰੈਜੈਂਟੇਸ਼ਨ, ਜਿਹੜੇ ਪ੍ਰੈਜੈਂਟੇਸ਼ਨ ਤੁਸੀਂ ਵਧੀਆ ਬਣਾਓਗੇ ਤਾਂ 2 ਮਾਰਕਸ ਜੁੜਨਗੇ ਉਹਦੇ। ਨੈਕਸਟ ਹੈਗਾ ਵਾ ਕੰਟੈਂਟ ਤੇ ਆਬਜ਼ਰਵੇਸ਼ਨ ਤੇ ਰਿਸਰਚ ਵਰਕ ਦਾ 4 ਨੰਬਰ ਜੁੜੇਗਾ। ਨੈਕਸਟ ਹੈਗਾ ਤੁਹਾਡਾ ਐਨਾਲਾਈਜ਼ ਆਫ ਦੀ ਸਿਚੁਏਸ਼ਨ ਨੂੰ ਜੇਕਰ ਮੈਨੇਜ ਕਰਦੇ ਹੋ ਤਾਂ 4 ਮਾਰਕਸ ਮਿਲੇਗਾ, ਤੇ ਜਿਹੜਾ ਵਾਈਬਾ ਹੋਏਗਾ ਉਹ 8 ਮਾਰਕਸ ਦਾ ਹੋਏਗਾ। ਤਾਂ ਟੋਟਲ ਤੁਹਾਡਾ ਜਿਹੜਾ ਪ੍ਰੋਜੈਕਟ ਹੋਏਗਾ ਉਹ ਕਿੰਨੇ ਦਾ ਵਾ, 20 ਮਾਰਕਸ ਦਾ ਹੋਵੇਗਾ। ਨੈਕਸਟ ਸਾਡੇ ਕੋਲ ਹੈ ਬਿਜ਼ਨਸ ਸਟੱਡੀ। ਬਿਜ਼ਨਸ ਸਟੱਡੀ ਦਾ ਜਿਹੜਾ ਪਾਰਟ ਆ ਉਹ ਦੇਖੋ ਕਿਸ ਤਰੀਕੇ ਨਾਲ ਡਿਵਾਈਡ ਕੀਤਾ ਗਿਆ। ਇਹ ਤੁਹਾਨੂੰ ਦਿੱਤਾ ਗਿਆ 80 ਮਾਰਕਸ ਦਾ, ਜਿਹਦੇ ਵਿੱਚ 3 ਆਵਰਸ ਦਾ ਤੁਹਾਡਾ ਪੇਪਰ ਹੋਏਗਾ। 20 ਮਾਰਕਸ ਜਿਹੜਾ ਪ੍ਰੋਜੈਕਟ ਉਹ ਆਪਾਂ ਐਕਸਪਲੇਨ ਕਰ ਚੁੱਕਿਆ ਮੈਂ ਤੁਹਾਨੂੰ ਪਹਿਲਾਂ ਹੀ, ਤੁਸੀਂ ਉਸ ਤੋਂ ਦੇਖ ਕੇ ਕਰ ਸਕਦੇ ਹੋ। ਦੇਖੋ ਫਸਟ ਦੇ ਵਿੱਚ ਕੀ ਆਏਗਾ ਤੁਹਾਡੇ ਕੋਲ, ਨੇਚਰ ਐਂਡ ਮੈਨੇਜਮੈਂਟ ਦੇ ਵਿੱਚ ਆਏਗਾ ਤੁਹਾਡਾ ਨੇਚਰ ਐਂਡ ਸਿਗਨੀਫੀਕੈਂਸ ਆਫ ਮੈਨੇਜਮੈਂਟ। 12 ਪੀਰੀਅਡਸ ਲੱਗਣਗੇ, 16 ਮਾਰਕਸ ਦਾ ਇਹਦੇ ਵਿੱਚੋਂ ਜਿਹੜਾ ਪੇਪਰ ਦਾ ਕੰਟੈਂਟ ਆਏਗਾ। ਨੈਕਸਟ ਦੇਖੋ ਸਾਡੇ ਕੋਲ ਕੀ ਆ, ਨੈਕਸਟ ਸਾਡੇ ਕੋਲ ਹੈ ਪ੍ਰਿੰਸੀਪਲ ਆਫ ਮੈਨੇਜਮੈਂਟ। ਠੀਕ ਹੈ ਜੀ, ਨੈਕਸਟ ਸਾਡੇ ਕੋਲ ਹੈ ਪ੍ਰਿੰਸੀਪਲ ਆਫ ਮੈਨੇਜਮੈਂਟ, ਇਹਦੇ 14 ਲੈਕਚਰ ਲੱਗਣਗੇ। ਦੈਨ ਤੁਹਾਡੇ ਕੋਲ ਹੈਗਾ ਵਾ ਬਿਜ਼ਨਸ ਇਨਵਾਇਰਮੈਂਟ, ਦੈਨ ਪਲੈਨਿੰਗ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ ਐਂਡ ਕੰਟਰੋਲਿੰਗ। ਇਹਦੇ ਜਿਹੜੇ ਨੇ ਜਿਹੜਾ ਤੁਹਾਡੇ ਕੋਲ ਹੈ ਦੇਖੋ ਇੱਥੇ ਕੀ ਡਿਸਟਰੀਬਿਊਟ ਕੀਤਾ ਗਿਆ 6 ਤੋਂ 8 ਤੱਕ ਜਿਹੜਾ ਵਾ ਸਟਾਫਿੰਗ, ਡਾਇਰੈਕਟਿੰਗ ਤੇ ਕੰਟਰੋਲਿੰਗ। ਇਹਦੇ ਤੁਹਾਡਾ 20 ਮਾਰਕਸ ਦਾ ਇਹਦੇ ਵਿੱਚੋਂ ਪੇਪਰ ਆਏਗਾ। ਨੈਕਸਟ ਜਿਹੜਾ ਹੈ ਉੱਪਰ ਤੋਂ ਲੈ ਕੇ ਯਾਨੀ ਕਿ ਫਸਟ, ਸੈਕਿੰਡ ਤੇ ਥਰਡ ਜਿਹੜੇ ਪਾਰਟ ਨੇ ਇਹ ਜਾਣਗੇ ਮੈਨੇਜਮੈਂਟ ਐਂਡ ਇਨਸਿਗਨੀਫੀਕੈਂਸ, ਯਾਨੀ ਕਿ ਉਹ 20 ਮਾਰਕਸ ਆਏਗਾ। ਦੈਨ ਪਲੈਨਿੰਗ ਐਂਡ ਆਰਗੇਨਾਈਜ਼ਿੰਗ, ਇਹਦੇ ਵਿੱਚੋਂ ਤੁਹਾਡਾ ਕਿੰਨੇ ਦਾ ਆਏਗਾ, 14 ਮਾਰਕਸ ਦਾ ਪੇਪਰ ਆਏਗਾ। ਸੈਕਿੰਡ ਯੂਨਿਟ ਇਹਨਾਂ ਨੇ ਟੋਟਲ ਕਰਕੇ ਜੋ ਦੇਖੋਗੇ ਤਾਂ 50 ਮਾਰਕਸ ਬਣ ਜਾਏਗਾ। ਸੈਕਿੰਡ ਜਿਹੜਾ ਪਾਰਟ ਆ ਉਹ ਬਿਜ਼ਨਸ ਫਾਈਨੈਂਸ ਐਂਡ ਮਾਰਕੀਟਿੰਗ ਦਾ ਵਾ, ਤਾਂ ਇਹਦੇ ਵਿੱਚ ਇਹਨਾਂ ਨੇ 2 ਪਾਰਟਸ ਬਣਾਏ ਨੇ, 9th ਐਂਡ 10th, ਯਾਨੀ ਕਿ ਫਾਈਨੈਂਸ਼ੀਅਲ ਮੈਨੇਜਮੈਂਟ ਐਂਡ ਫਾਈਨੈਂਸ਼ੀਅਲ ਮਾਰਕੀਟਿੰਗ। ਇਹਦੇ ਵਿੱਚੋਂ 15 ਮਾਰਕਸ ਦਾ ਕੁਐਸਚਨ ਆਏਗਾ। ਦੈਨ ਤੁਹਾਡਾ ਹੈ ਮਾਰਕੀਟਿੰਗ ਐਂਡ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ, ਇਹਦੇ ਵਿੱਚੋਂ ਕੀ ਆਏਗਾ 15 ਮਾਰਕਸ ਦਾ ਜਿਹੜਾ ਤੁਹਾਡਾ ਪੇਪਰ ਆਏਗਾ, ਯਾਨੀ ਕਿ ਇਹਦਾ ਟੋਟਲ ਕਰੋਗੇ ਤਾਂ ਕਿੰਨੇ ਮਾਰਕਸ ਦਾ ਹੋ ਗਿਆ, 80 ਮਾਰਕਸ ਦਾ ਜਿਹੜਾ ਤੁਹਾਡਾ ਪੇਪਰ ਉਹ ਕੰਪਲੀਟ ਹੋ ਚੁੱਕਿਆ ਵਾ। ਦੈਨ ਤੁਹਾਡੇ ਕੋਲ 20 ਮਾਰਕਸ ਦਾ ਜਿਹੜਾ ਪ੍ਰੋਜੈਕਟ ਆ ਉਹ ਆਏਗਾ। ਹੁਣ ਦੇਖੋ ਇਹਨਾਂ ਨੇ ਕਿਸ ਤਰੀਕੇ ਨਾਲ ਇਹਦੇ ਵਿੱਚ ਤੁਸੀਂ ਕੀ ਚੀਜ਼ਾਂ ਪੜ੍ਹਨੀਆਂ ਨੇ ਉਹ ਦੇਖੋ। ਹੁਣ ਇਹਨਾਂ ਨੇ ਕੀ ਰੱਖਿਆ ਆ, ਫਸਟ ਜਿਹੜਾ ਸਾਡੇ ਕੋਲ ਲੈ ਕੇ ਆਏ ਗਏ ਨੇ ਉਹ ਲੈ ਕੇ ਆਏ ਨੇ ਕਨਸੈਪਟ ਤੁਸੀਂ ਪੜ੍ਹਨਾ, ਉਹਦੇ ਵਿੱਚ ਮੈਨੇਜਮੈਂਟ ਦੇ ਕਨਸੈਪਟ ਤੇ ਆਬਜੈਕਟਿਵਸ ਆਣਗੇ ਤੇ ਇੰਪੋਰਟੈਂਸ। ਦੈਨ ਹੈਗਾ ਵਾ ਮੈਨੇਜਮੈਂਟ ਐਜ਼ ਏ ਸਾਇੰਸ, ਆਰਟ ਐਂਡ ਪ੍ਰੋਫੈਸ਼ਨ, ਲੈਵਲ ਆਫ ਮੈਨੇਜਮੈਂਟ, ਤੇ ਇਹਦੇ ਬਾਰੇ ਤੁਸੀਂ ਜਿਹੜਾ ਵਾ ਅੰਡਰਸਟੈਂਡਿੰਗ ਉਹ ਕਿਸ ਤਰੀਕੇ ਨਾਲ ਕਰਦੇ ਹੋ ਇਹ ਬੱਚੇ ਨੂੰ ਦਿਖਾਇਆ ਗਿਆ ਵਾ। ਫਿਰ ਨੈਕਸਟ ਹੈ ਸਾਡੇ ਕੋਲ ਮੈਨੇਜਮੈਂਟ ਦੇ ਫੰਕਸ਼ਨਸ, ਪਲੈਨਿੰਗ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ ਐਂਡ ਕੰਟਰੋਲਿੰਗ, ਇਹਦੇ ਵਿੱਚ ਤੁਸੀਂ ਐਕਸਪਲੇਨ ਕਰੋਗੇ। ਨੈਕਸਟ ਹੈਗਾ ਕੋਆਰਡੀਨੇਸ਼ਨ, ਉਹਦਾ ਕਨਸੈਪਟ ਤੇ ਇੰਪੋਰਟੈਂਸ, ਇਹ ਤੁਹਾਡੇ ਸਿਲੇਬਸ ਦੇ ਵਿੱਚ ਐਡ ਡਾਊਨ ਹੈ। ਨੈਕਸਟ ਹੈ ਤੁਹਾਡੇ ਕੋਲ ਕਰੈਕਟਰਿਸਟਿਕਸ ਆਫ ਕੋਆਰਡੀਨੇਸ਼ਨ ਐਂਡ ਐਕਸਪਲੇਨ ਦੀ ਇੰਪੋਰਟੈਂਸ ਆਫ ਕੋਆਰਡੀਨੇਸ਼ਨ। ਜਿਹੜੀ ਸੈਕੰਡ ਯੂਨਿਟ ਆ ਉਹਦੇ ਵਿੱਚ ਦੇਖੋ ਤੁਹਾਡੇ ਕੋਲ ਕੀ ਆ ਰਿਹਾ, ਪ੍ਰਿੰਸੀਪਲਸ ਆ ਰਹੇ ਨੇ, ਪ੍ਰਿੰਸੀਪਲ ਆਫ ਮੈਨੇਜਮੈਂਟ ਐਂਡ ਕਨਸੈਪਟ ਐਂਡ ਸਿਗਨੀਫੀਕੈਂਸ। ਦੈਨ ਹੈਗਾ ਹੈਨਰੀ ਫਿਊਲਸ ਦੇ ਜਿਹੜੇ ਪ੍ਰਿੰਸੀਪਲਸ ਨੇ 14, ਤੇ ਟੇਲਰ ਦੇ ਨੇ ਜਿਹੜੇ ਸਾਇੰਟੀਫਿਕ ਮੈਨੇਜਮੈਂਟ ਐਂਡ ਟੈਕਨੀਕਸ, ਉਹ ਵਾਲੀਆਂ ਤੁਸੀਂ ਕੀ ਨੇ ਪੜ੍ਹਨੀਆਂ ਨੇ। ਨੈਕਸਟ ਤੁਹਾਡੇ ਕੋਲ ਹੈ ਬਿਜ਼ਨਸ ਇਨਵਾਇਰਮੈਂਟ। ਬਿਜ਼ਨਸ ਇਨਵਾਇਰਮੈਂਟ ਦੇ ਵਿੱਚ ਦੇਖੋ ਤੁਸੀਂ ਕੀ ਪੜ੍ਹਨਾ ਵਾ,
ਬਿਜ਼ਨਸ ਇਨਵਾਇਰਨਮੈਂਟ ਦੇ ਵਿੱਚ ਤੁਸੀਂ ਬਿਜ਼ਨਸ ਇਨਵਾਇਰਨਮੈਂਟ ਦਾ ਕਨਸੈਪਟ, ਇੰਪੋਰਟੈਂਸ, ਡਿਮੈਂਸ਼ਨਸ ਆਫ ਦੀ ਬਿਜ਼ਨਸ ਇਨਵਾਇਰਨਮੈਂਟਸ, ਦੈਨ ਡੀਮੋਨੇਟਾਈਜੇਸ਼ਨਸ ਕਨਸੈਪਟ ਤੇ ਇੰਪੈਕਟ ਆਫ ਟੂ ਦੀਆਂ ਗਵਰਨਮੈਂਟ ਪੋਲਿਸੀਜ਼ ਚੇਂਜ ਔਨ ਟੂ ਦੀਆਂ ਬਿਜ਼ਨਸ, ਇਹਦੇ ਬਾਰੇ ਤੁਸੀਂ ਜਿਹੜਾ ਵਾ ਉਹ ਡਿਸਕਸ ਕਰਨੀ ਹੈ ਜਾਂ ਪੜ੍ਹਨਾ ਵਾ। ਨੈਕਸਟ ਹੈਗਾ ਤੁਹਾਡੇ ਕੋਲ ਪਲੈਨਿੰਗ, ਜਿਹੜੀ ਆ ਉਹ ਕਿਹੜੀ ਆ, 4th ਜਿਹੜੀ ਤੁਹਾਡੀ ਯੂਨਿਟ ਆ ਉਹ ਕਿਹੜੀ ਆ, ਪਲੈਨਿੰਗ। ਨੈਕਸਟ ਤੁਹਾਡੇ ਕੋਲ ਹੈ ਪਲੈਨਿੰਗ ਯੂਨਿਟਸ ਦੇ ਵਿੱਚੋਂ ਤੁਸੀਂ ਕਿਵੇਂ ਪੜ੍ਹਨਾ ਵਾ, ਉਹਦੇ ਵਿੱਚ ਕਿਹੜੇ ਟੌਪਿਕ ਪੜ੍ਹਨੇ ਆ। ਦੇਖੋ ਕਨਸੈਪਟ ਐਂਡ ਇੰਪੋਰਟੈਂਸ ਪੜ੍ਹਨੀ ਹੈ, ਐਂਡ ਲਿਮਿਟੇਸ਼ਨ ਆਫ ਪਲੈਨਿੰਗ, ਪਲੈਨਿੰਗ ਪ੍ਰੋਸੈਸ ਪੜ੍ਹਨੀ ਆ, ਸਿੰਗਲ ਯੂਜ਼ ਸਟੈਂਡਿੰਗ ਪਲਾਨਸ, ਇਹ ਜਿਹੜੇ ਨੇ ਤੁਸੀਂ ਡਿਸਕਸ ਕਰਨੇ ਨੇ। ਨੈਕਸਟ ਸਾਡੇ ਕੋਲ ਹੈ ਇਹਦੇ ਵਿੱਚ ਤੁਸੀਂ ਸਟ੍ਰੈਟਜੀਜ਼, ਪ੍ਰੋਸੀਜਰ, ਮੈਥਡਸ, ਰੂਲ, ਬਜਟਿੰਗ ਐਂਡ ਪ੍ਰੋਗਰਾਮਸ ਐਜ਼ ਏ ਟਾਈਪਸ ਆਫ ਦੀ ਪਲਾਨਸ, ਇਹ ਸਾਰਾ ਕੁਝ ਪੜ੍ਹਾਂਗੇ। ਨੈਕਸਟ ਹੈਗਾ ਸਾਡੇ ਕੋਲ ਆਰਗੇਨਾਈਜ਼ਿੰਗ ਦਾ ਕਨਸੈਪਟ ਐਂਡ ਇੰਪੋਰਟੈਂਸ, ਆਰਗੇਨਾਈਜ਼ਿੰਗ ਪ੍ਰੋਸੈਸ, ਸਟਰਕਚਰ ਆਫ ਆਰਗੇਨਾਈਜੇਸ਼ਨਸ ਤੇ ਡੈਲੀਗੇਸ਼ਨ, ਠੀਕ ਹੈ ਜੀ, ਇਹ ਚੀਜ਼ਾਂ ਅਸੀਂ ਇਹਦੇ ਵਿੱਚ ਪੜ੍ਹਨੀਆਂ ਨੇ। ਨੈਕਸਟ ਸਾਡੇ ਕੋਲ ਹੈ ਉਹਦੇ ਵਿੱਚ ਹੈ ਡੀਸੈਂਟਰਲਾਈਜੇਸ਼ਨ ਦਾ ਕਨਸੈਪਟ ਤੇ ਉਹਦੇ ਬਾਰੇ ਅਸੀਂ ਪੂਰਾ ਪੜ੍ਹਾਂਗੇ ਵੀ ਡੀਸੈਂਟਰਲਾਈਜੇਸ਼ਨ ਹੁੰਦਾ ਕੀ ਆ, ਉਹਦੇ ਬਾਰੇ ਤੁਸੀਂ ਪ੍ਰੋਪਰ ਉਹਨੂੰ ਪੜ੍ਹਨਾ ਵਾ। ਨੈਕਸਟ ਤੁਹਾਡੇ ਕੋਲ ਹੈ ਸਟਾਫਿੰਗ ਹੈ, ਯੂਨਿਟ 6 ਆ, 6 ਯੂਨਿਟ ਹੈ ਸਟਾਫਿੰਗ ਦੇ ਵਿੱਚ ਤੁਸੀਂ ਕਨਸੈਪਟ ਪੜ੍ਹੋਗੇ, ਇੰਪੋਰਟੈਂਸ ਆਫ ਟੂ ਦੀ ਸਟਾਫਿੰਗ, ਦੈਨ ਸਟਾਫਿੰਗ ਐਜ਼ ਏ ਪਾਰਟ ਆਫ ਟੂ ਦੀ ਹਿਊਮਨ ਰਿਸੋਰਸ ਤੇ ਸਟਾਫਿੰਗ ਪ੍ਰੋਸੈਸ ਤੇ ਰਿਕਰੂਟਮੈਂਟ ਪ੍ਰੋਸੈਸ, ਇਹ ਜਿਹੜੀਆਂ ਨੇ ਤੁਸੀਂ ਇਹਦੇ ਵਿੱਚ ਪੜ੍ਹਨੀਆਂ ਨੇ। ਨੈਕਸਟ ਸਾਡੇ ਕੋਲ ਕੀ ਹੈ, ਨੈਕਸਟ ਸਾਡਾ ਜਿਹੜਾ ਪ੍ਰੋਸੈਸ ਆ ਉਹਦੇ ਬਾਰੇ ਪੜ੍ਹਾਂਗੇ। ਸਿਲੈਕਸ਼ਨ ਪ੍ਰੋਸੈਸ ਕੀ ਹੁੰਦਾ ਵਾ, ਜਾਂ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਅਸੀਂ ਕੀ ਚੀਜ਼ਾਂ ਪੜ੍ਹਾਂਗੇ। ਦੇਖੋ ਸਿਲੈਕਸ਼ਨ ਪ੍ਰੋਸੈਸ ਪੜ੍ਹਿਆ ਜਾਏਗਾ, ਟ੍ਰੇਨਿੰਗ ਐਂਡ ਡਿਵੈਲਪਮੈਂਟ ਪੜ੍ਹਿਆ ਜਾਏਗਾ, ਯਾਨੀ ਕਿ ਉਹਦੇ ਵਿੱਚ ਉਹਦੇ ਮੈਥਡਸ ਆਉਣਗੇ, ਇੰਪੋਰਟੈਂਸ ਆਉਣਗੇ ਤੇ ਕਿਸ ਤਰੀਕੇ ਨਾਲ ਇਹ ਟ੍ਰੇਨਿੰਗਸ ਡਨ ਕੀਤੀਆਂ ਜਾਂਦੀਆਂ ਨੇ। ਨੈਕਸਟ ਹੈ ਸਾਡੇ ਕੋਲ ਡਾਇਰੈਕਟਿੰਗ, ਜਿਹੜਾ ਕਿ 7th ਯੂਨਿਟ ਦੇ ਵਿੱਚ ਆਏਗਾ, ਉਹਦੇ ਵਿੱਚ ਕਨਸੈਪਟ ਐਂਡ ਇੰਪੋਰਟੈਂਸ, ਐਲੀਮੈਂਟਸ ਆਫ ਡਾਇਰੈਕਸ਼ਨਸ, ਮੋਟੀਵੇਸ਼ਨ, ਉਹਦਾ ਕਨਸੈਪਟਸ ਤੇ ਉਹਦੇ ਜਿਹੜੇ ਰੂਲਸ ਨੇ ਤੇ ਉਹਦੀਆਂ ਥਿਊਰੀਜ਼ ਨੇ ਉਹ ਪੜ੍ਹਨੀਆਂ ਨੇ। ਲੀਡਰਸ਼ਿਪਸ ਆਏਗਾ, ਲੀਡਰਸ਼ਿਪ ਦੀਆਂ ਟਾਈਪਸ ਤੇ ਉਹਦੀਆਂ ਜਿਹੜਾ ਵੀ ਉਹਦੇ ਰਿਲੇਟਡ ਹੈ ਉਹ ਸਾਰੀਆਂ ਚੀਜ਼ਾਂ ਅਸੀਂ ਇੱਥੇ ਡਿਸਕਸ ਕਰਾਂਗੇ। ਦੈਨ ਸਾਡੇ ਕੋਲ ਹੈ ਕਮਿਊਨੀਕੇਸ਼ਨ ਦਾ ਕਨਸੈਪਟ ਆਏਗਾ ਸਾਨੂੰ, ਇਨਫੋਰਮਲ ਆ, ਵੇਰੀਅਸ ਆਫ ਇਫੈਕਟਿਵ ਕਮਿਊਨੀਕੇਸ਼ਨਸ, ਤਾਂ ਇਹ ਸਾਰੇ ਟੌਪਿਕਸ ਜਿਹੜੇ ਨੇ ਉਹ ਅਸੀਂ ਕੰਪਲੀਟ ਕਰਾਂਗੇ। ਉਸ ਤੋਂ ਬਾਅਦ ਸਾਡੇ ਕੋਲ ਹੈ ਕੰਟਰੋਲਿੰਗ, ਲਾਸਟ ਪਾਰਟ ਹੈ ਇਹ ਮੈਨੇਜਮੈਂਟ ਦਾ। ਦੇਖੋ ਕੰਟਰੋਲਿੰਗ ਪੜ੍ਹਾਂਗੇ ਤੇ ਉਹਦੇ ਬਾਅਦ ਰਿਲੇਸ਼ਨਸ਼ਿਪ ਬਿਟਵੀਨ ਪਲੈਨਿੰਗ ਐਂਡ ਕੰਟਰੋਲਿੰਗ, ਸਟੈਪਸ ਆਫ ਦੀ ਪ੍ਰੋਸੈਸ ਆਫ ਕੰਟਰੋਲਿੰਗ। ਨੈਕਸਟ ਜਿਹੜਾ ਸਾਡਾ ਬੀ ਪਾਰਟ ਸਟਾਰਟ ਹੁੰਦਾ ਵਾ, ਬੀ ਪਾਰਟਸ ਦੇ ਵਿੱਚ ਅਸੀਂ ਬਿਜ਼ਨਸ, ਫਾਈਨੈਂਸ ਐਂਡ ਮਾਰਕੀਟਿੰਗ ਦੇ ਬਾਰੇ ਪੜ੍ਹਾਂਗੇ। ਫਸਟ ਜਿਹੜਾ 9th ਪਾਰਟ ਆਏਗਾ ਯੂਨਿਟਸ ਆ ਉਹ ਹੈਗਾ ਫਾਈਨੈਂਸ਼ੀਅਲ ਮੈਨੇਜਮੈਂਟ, ਉਹਦਾ ਕਨਸੈਪਟ ਪੜ੍ਹਾਂਗੇ। ਫਿਰ ਫਾਈਨੈਂਸ਼ੀਅਲ ਡਿਸੀਜ਼ਨ ਬਾਰੇ ਪੜ੍ਹਾਂਗੇ, ਫਾਈਨੈਂਸ਼ੀਅਲ ਪਲੈਨਿੰਗ ਬਾਰੇ ਪੜ੍ਹਾਂਗੇ ਤੇ ਕੈਪੀਟਲ ਸਟਰਕਚਰ ਬਾਰੇ ਅਸੀਂ ਡਿਸਕਸ ਕਰਾਂਗੇ। ਤੇ ਇਸ ਤੋਂ ਬਾਅਦ ਜਿਹੜਾ ਹੈ ਸਟਾਫਿੰਗ ਹੈ, ਇਸ ਤੋਂ ਬਾਅਦ ਜਿਹੜਾ ਸਾਡਾ ਵਾ ਉਹ ਅਸੀਂ ਡਿਸਕਸ ਕਰਨਾ ਵਾ ਫਾਈਨੈਂਸ਼ੀਅਲ ਮਾਰਕੀਟਿੰਗ ਦੇ ਉੱਤੇ, ਠੀਕ ਹੈ ਜੀ। ਇਹਦੇ ਵਿੱਚ ਹਲੇ ਰਹਿ ਗਿਆ ਦੇਖੋ ਫਿਕਸਡ ਐਂਡ ਵਰਕਿੰਗ ਕੈਪੀਟਲ ਬਾਰੇ ਡਿਸਕਸ ਕਰਾਂਗੇ। 10th ਪਾਰਟ ਜਿਹੜਾ ਵਾ ਉਹਦੇ ਵਿੱਚ ਫਾਈਨੈਂਸ਼ੀਅਲ ਮਾਰਕੀਟਿੰਗ, ਉਹਦੇ ਵਿੱਚ ਫਾਈਨੈਂਸ਼ੀਅਲ ਮਾਰਕੀਟ ਕੀ ਹੁੰਦੇ ਆ, ਟਾਈਪਸ, ਕਨਸੈਪਟਸ ਤੇ ਬਾਰੇ ਪੜ੍ਹਾਂਗੇ ਤੇ ਮਨੀ ਮਾਰਕੀਟ ਜਿਹੜਾ ਤੇ ਇਹਦੇ ਇੰਸਟਰੂਮੈਂਟਸ ਜਿਹੜੇ ਨੇ ਉਹਦੇ ਬਾਰੇ ਡਿਸਕਸ ਕਰਾਂਗੇ। ਇਸ ਤੋਂ ਬਾਅਦ ਜਿਹੜੇ ਇਹਦੇ ਵਿੱਚ ਹੋਰ ਵੀ ਕਈ ਚੀਜ਼ਾਂ ਆਉਂਦੀਆਂ ਨੇ, ਇਨਕਲੂਡਸ ਹੁੰਦੀਆਂ ਨੇ। ਦੇਖੋ ਇਹਦੇ ਵਿੱਚ ਕੀ ਚੀਜ਼ਾਂ ਨੇ, ਇਹਦੇ ਵਿੱਚ ਹੈ ਕੈਪੀਟਲ ਮਾਰਕੀਟ ਆਏਗੀ, ਸੈਕੰਡਰੀ ਪ੍ਰਾਇਮਰੀ ਮਾਰਕੀਟ ਇਹਦੀਆਂ ਟਾਈਪਸ, ਫਿਰ ਆਏਗਾ ਸਟਾਕ ਐਕਸਚੇਂਜ, ਇਹਦੇ ਫੀਚਰਸ ਤੇ ਇਹਦੇ ਟ੍ਰੇਡਿੰਗ। ਦੈਨ ਤੁਹਾਡੇ ਕੋਲ ਆਏਗੀ ਮਾਰਕੀਟਿੰਗ ਕੀ ਹੁੰਦੀ ਆ, ਮਾਰਕੀਟਿੰਗ ਦੇ ਕਨਸੈਪਟ ਕੀ ਹੁੰਦੇ ਆ, ਫੰਕਸ਼ਨਸ ਕੀ ਹੁੰਦੇ ਆ, ਉਹਦੇ ਬਾਰੇ ਅਸੀਂ ਡਿਸਕਸ ਕਰਾਂਗੇ ਵੀ ਮਾਰਕੀਟਿੰਗ ਦੇ ਵਿੱਚ ਕਿਹੜੀਆਂ ਚੀਜ਼ਾਂ ਇਨਕਲੂਡਸ ਹੁੰਦੀਆਂ ਨੇ। ਦੈਨ ਫਿਰ ਇਹਦੇ ਜਿਹੜੇ ਮੇਨ ਪਾਰਟਸ ਨੇ ਉਹ ਦੇਖੋ ਕਿਹੜੇ ਨੇ, ਮਾਰਕੀਟਿੰਗ ਮਿਕਸ ਆ, ਪ੍ਰੋਡਕਟ ਬ੍ਰਾਂਡਿੰਗ, ਲੈਬਲਿੰਗ ਤੇ ਪੈਕੇਜਿੰਗ ਆ, ਪ੍ਰਾਈਸ ਆ ਤੇ ਫਿਜ਼ੀਕਲ ਡਿਸਟ੍ਰੀਬਿਊਸ਼ਨ ਆ, ਜਿਹੜਾ ਕਿ ਅਸੀਂ ਇਹਦੇ ਬਿਜ਼ਨਸ ਸਟੱਡੀ ਦੇ ਟੌਪਿਕ ਦੇ ਵਿੱਚ ਇਹ ਚੀਜ਼ਾਂ ਪੜ੍ਹਾਂਗੇ। ਤੇ ਇਹਦੇ ਨਾਲ ਹੋਰ ਵੀ ਚੀਜ਼ਾਂ ਇਨਕਲੂਡ ਕੀਤੀਆਂ ਗਈਆਂ ਨੇ, ਜਿਵੇਂ ਕਿ ਪ੍ਰਮੋਸ਼ਨ ਆਏਗੀ ਤੁਹਾਡੀ, ਪ੍ਰਮੋਸ਼ਨ ਤੋਂ ਬਾਅਦ ਫਿਰ ਕੰਜ਼ਿਊਮਰ ਐਕਟ ਆ ਜਾਏਗਾ, ਕੰਜ਼ਿਊਮਰ ਪ੍ਰੋਟੈਕਸ਼ਨ ਐਕਟ। ਇਹਦੇ ਵਿੱਚ ਦੇਖੋ ਤੁਸੀਂ ਕੀ ਪੜ੍ਹਨਾ ਵਾ, ਇਹਦੇ ਵਿੱਚ ਤੁਸੀਂ ਇਹਦਾ ਕਨਸੈਪਟ ਪੜ੍ਹਨਾ, ਇੰਪੋਰਟੈਂਸ ਪੜ੍ਹਨੀ ਆ, ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦਾ ਮੀਨਿੰਗ ਪੜ੍ਹਨਾ ਵਾ, ਰਾਈਟ ਐਂਡ ਰਿਸਪੌਂਸਿਬਿਲਿਟੀ ਤੇ ਜੁਡੀਸ਼ੀਅਲ ਜਿਹੜੇ ਮਸ਼ੀਨਰੀਜ਼ ਨੇ ਵੀ ਕਿਸ ਤਰੀਕੇ ਨਾਲ ਜਿਹੜਾ ਵੀ ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਪ੍ਰੋਬਲਮ ਆਉਂਦੀ ਆ ਤਾਂ ਉਹਨੂੰ ਕਿਸ ਤਰੀਕੇ ਨਾਲ ਖ਼ਤਮ ਕਰਨਾ ਵਾ, ਤੇ ਉਹ ਕਿਹੜੀਆਂ ਆਰਗੇਨਾਈਜੇਸ਼ਨ ਨੇ ਜਿਹੜੀਆਂ ਸਾਨੂੰ ਹੈਲਪ ਕਰਨਗੀਆਂ ਇਹਦੇ ਵਿੱਚ। ਤੇ ਫਿਰ ਆਏਗਾ ਤੁਹਾਡਾ ਦੇਖੋ ਕੰਜ਼ਿਊਮਰ ਅਵੇਅਰਨੈਸ ਆਰਗੇਨਾਈਜੇਸ਼ਨ ਐਂਡ ਨਾਨ ਗੌਰਮੈਂਟ, ਜਿਹੜੀਆਂ NGO ਕਹਿੰਦੇ ਆ, ਨਾਨ ਗੌਰਮੈਂਟਲ ਆਰਗੇਨਾਈਜੇਸ਼ਨਸ, ਉਹਦੇ ਬਾਰੇ ਆਏਗਾ। ਨੈਕਸਟ ਹੈ ਸਾਡੇ ਕੋਲ ਜਿਹੜਾ ਨੈਕਸਟ ਸਬਜੈਕਟ ਸਟਾਰਟ ਹੋ ਰਿਹਾ ਵਾ, ਉਹਦੇ ਵਿੱਚ ਆਇਆ ਸਾਨੂੰ ਬਿਜ਼ਨਸ ਸਟੱਡੀ ਦਾ ਜਿਹੜਾ ਪੇਪਰ ਆ ਉਹ ਦੇਖੋ ਕਿਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਵਾ।
डिज़ाइनिंग ਦੇ ਵਿੱਚ ਦੇਖੋ ਤੁਸੀਂ ਉਹਨਾਂ ਨੇ ਕਿਹਾ ਵਾ ਵੀ ਭਾਈ ਤੁਸੀਂ ਸਾਰੀ ਆਪਣੀ ਮੈਮਰੀਜ਼ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਅਡਾਪਟ ਕਰਕੇ ਰੱਖਣੀਆਂ ਨੇ 44 ਮਾਰਕਸ ਜਿਹੜੇ ਹੋਣਗੇ ਫਿਰ ਉਹਨੂੰ ਅਪਲਾਈ ਕਰਨਾ ਵਾ ਫਿਰ ਐਨਾਲਾਈਜ਼ ਕਰੋ ਤੇ ਇਵੈਲੂਏਟਿੰਗ ਕਰੋ ਕ੍ਰੀਏਟਿੰਗ ਕ੍ਰਾਈਟੇਰੀਆ ਨੂੰ ਤੇ 17 ਮਾਰਕਸ ਉਹੋ ਜਿਹੀਆਂ ਚੀਜ਼ਾਂ ਦਾ ਆਏਗਾ ਦੈਨ ਜਿਹੜਾ ਤੁਹਾਡਾ ਕੀ ਆ ਤੁਹਾਡਾ ਇੱਕ ਬਣ ਜਾਏਗਾ 80 ਨੰਬਰ ਦਾ ਪੇਪਰ ਬਣ ਜਾਏਗਾ ਤੇ ਤੁਹਾਡੇ ਜਿਹੜੇ ਆਬਜੈਕਟਸ ਨੇ ਪ੍ਰੋਜੈਕਟਸ ਦੇ ਉਹ ਸਾਰਾ ਕੁਝ ਲਿਖਣਾ ਵਾ ਤੁਸੀਂ ਉਹਦੀ ਇੰਪੋਰਟੈਂਸ ਲਿਖਣੀ ਆ ਸਾਰੀਆਂ ਉਹਦੇ ਇੱਕ ਪ੍ਰੋਜੈਕਟ ਜਿਹੜਾ ਵਾ ਅਕੈਡਮਿਕ ਦੇ ਵਿੱਚ ਬਣਾਉਣਾ ਜ਼ਰੂਰੀ ਆ ਤੇ ਉਹਦੇ ਉੱਤੇ ਐਕਸਪੀਰੀਅੰਸ ਜਿਹੜਾ ਵਾ ਤੁਹਾਡਾ ਪ੍ਰੋਜੈਕਟ ਦਾ ਉਹ ਵੀ ਤੁਸੀਂ ਸ਼ੇਅਰ ਕਰਨਾ ਵਾ ਇਸ ਪ੍ਰੋਜੈਕਟ ਦੇ ਥਰੂ ਨੈਕਸਟ ਸਾਡੇ ਕੋਲ ਇਹਦੇ ਪ੍ਰੋਜੈਕਟ ਦੀ ਹੋਰ ਵੀ ਪੂਰੀ ਦੱਸੀ ਗਈ ਹੈ ਡਿਟੇਲਸ ਵੀ ਜਿਹੜੇ ਟੀਚਰਸ ਨੇ ਉਹ ਐਜ਼ ਏ ਰੂਲ ਨੇ ਜਿਹੜਾ ਕਿ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਤਾਂ ਇਹਨੂੰ ਖਾਸ ਇੰਪੋਰਟੈਂਸ ਨਾ ਦਈਏ ਤੇ ਤੁਸੀਂ ਇਸ ਚੀਜ਼ ਦੇ ਸਕਰੀਨਸ਼ਾਟ ਵੀ ਮਾਰ ਕੇ ਰੱਖ ਸਕਦੇ ਹੋ ਦੇਖੋ ਹੁਣ ਜਿਹੜਾ ਟੌਪਿਕਸ ਦਾ ਜਿਹੜਾ ਵਾਈਵਾ ਵਾ ਉਹ ਕਿਸ ਤਰੀਕੇ ਨਾਲ ਲੈਣਾ ਵਾ ਇਹਦੇ ਬਾਰੇ ਵੀ ਅਸੀਂ ਗੱਲ ਕਰ ਚੁੱਕੇ ਹਾਂ ਵੀ 20 ਨੰਬਰ ਕਿਵੇਂ ਵੰਡੇ ਜਾਣਗੇ ਫਿਰ ਵੀ ਦੇਖ ਲਓ ਦੇਖੋ ਇੱਕ ਰੈਲੇਵੈਂਟ ਟੌਪਿਕਸ ਦਿੱਤਾ ਜਾਏਗਾ ਉਹ 3 ਮਾਰਕਸ ਦਿੱਤੇ ਜਾਣਗੇ ਨੌਲੇਜ ਤੇ ਕੰਟੈਂਟ ਤੇ ਰਿਸਰਚ ਵਰਕ ਦੇ ਉੱਤੇ 6 ਮਾਰਕਸ ਮਿਲਣਗੇ ਫਿਰ ਤੁਹਾਡੀ ਪ੍ਰੈਜੈਂਟੇਸ਼ਨ ਟੈਕਨੀਕਸ ਹੋਏਗੀ ਉਹ 3 ਮਾਰਕਸ ਦੇਣਗੇ ਤੇ ਵਾਈਵਾ ਦੇ 8 ਮਾਰਕਸ ਦਾ ਟੋਟਲ 20 ਮਾਰਕਸ ਦਾ ਜਿਹੜਾ ਤੁਹਾਡਾ ਸ਼ੀਟ ਆ ਪ੍ਰੋਜੈਕਟ ਸ਼ੀਟ ਆ ਉਹ ਤੁਹਾਡੀ ਕਾਊਂਟ ਕੀਤੀ ਜਾਏਗੀ ਨੈਕਸਟ ਹੈ ਸਾਡੇ ਕੋਲ +2 ਕਲਾਸ ਦੇ ਲਈ ਕਿਹੜੇ ਜਿਹੜੇ ਇਕਨੋਮਿਕਸ ਦੇ ਪ੍ਰੋਜੈਕਟਸ ਹੋਣਗੇ ਉਹ ਕਿਹੜੇ ਆ ਸਕਦੇ ਦੇਖੋ ਇਹਦੇ ਵਿੱਚ ਲਿਖਿਆ ਮਾਈਕਰੋ ਆ ਸਾਰੇ ਤੁਸੀਂ ਜਿਹੜੇ ਸਕਰੀਨਸ਼ਾਟ ਮਾਰ ਸਕਦੇ ਹੋ ਇਸ ਚੀਜ਼ ਦਾ ਤੇ ਇਸ ਚੀਜ਼ ਤੋਂ ਤੁਹਾਨੂੰ ਜਿਹੜੇ ਪ੍ਰੋਜੈਕਟਸ ਨੇ ਉਹ ਤੁਸੀਂ ਬਣਾ ਸਕਦੇ ਹੋ ਇਹਨਾਂ ਵਿੱਚੋਂ ਕੋਈ ਐਨੀ ਅਦਰ ਟੌਪਿਕਸ ਵੀ ਦਿੱਤਾ ਗਿਆ ਵੀ ਇਹਨਾਂ ਤੋਂ ਇਲਾਵਾ ਤੁਸੀਂ ਆਪਣਾ ਵੀ ਟੌਪਿਕ ਕਰ ਸਕਦੇ ਹੋ ਪਰ ਉਸ ਟੌਪਿਕ ਨੂੰ ਪ੍ਰੋਪਰ ਐਕਸਪਲੇਨ ਕਰਨਾ ਵਾ ਨਹੀਂ ਫਿਰ ਇਹਨਾਂ ਵਿੱਚ ਇੱਕ ਟੌਪਿਕ ਚੂਜ਼ ਕਰਕੇ ਤੁਸੀਂ ਇਕਨੋਮਿਕਸ ਦਾ ਪ੍ਰੋਜੈਕਟ ਜਿਹੜਾ ਵਾ ਉਹ ਡਿਜ਼ਾਈਨ ਕਰ ਸਕਦੇ ਹੋ ਤੇ ਉਹਨੂੰ ਪੜ੍ਹਨਾ ਵਾ ਨੈਕਸਟ ਤੁਹਾਡੇ ਕੋਲ ਹੈ ਦੇਖੋ ਨੈਕਸਟ ਸਾਡੇ ਕੋਲ ਹੈ ਇਕਨੋਮਿਕਸ ਦਾ ਜਿਹੜਾ ਪ੍ਰੋਜੈਕਟ ਆ ਜਾਂ ਇਕਨੋਮਿਕਸ ਦਾ ਜਿਹੜਾ ਸਿਲੇਬਸ ਆ ਉਹ ਕੀ ਆ ਦੇਖੋ ਇਹਦੇ ਵਿੱਚ ਲਿਖਿਆ ਹੋਇਆ ਇੰਟਰੋਡਕਸ਼ਨ ਆਫ ਟੂ ਦ ਮਾਈਕਰੋ ਇਕਨੋਮਿਕਸ ਇਹਦੇ ਵਿੱਚ ਨੈਸ਼ਨਲ ਇਨਕਮ ਬਾਰੇ ਪੜਾਂਗੇ ਤੇ ਬੈਂਕਿੰਗ ਤੇ ਮਨੀ ਮਾਰਕੀਟ ਦੇ ਬਾਰੇ ਜਿਹੜਾ ਵਾ ਡਿਸਕਸ ਕੀਤੀ ਜਾਊਗੀ ਨੈਕਸਟ ਹੈ ਸਾਡੇ ਕੋਲ ਵੀ ਇਹ ਤੋਂ ਇਲਾਵਾ ਅਸੀਂ ਹੋਰ ਕੀ ਚੀਜ਼ਾਂ ਪੜ੍ਹਨੀਆਂ ਨੇ ਦੇਖੋ ਡਿਟਰਮੀਨੇਸ਼ਨ ਆਫ ਇੰਪਲੋਇਮੈਂਟ ਦੈਨ ਗੌਰਮੈਂਟ ਬਜਟਸ ਐਂਡ ਤੇ ਬੈਲੈਂਸ ਸ਼ੀਟਸ ਇਹਨਾਂ ਚੀਜ਼ਾਂ ਦੇ ਵਿੱਚ ਕੁੱਲ ਮਿਲਾ ਕੇ ਤੁਹਾਡੇ ਕਿੰਨੇ ਬਣਨਗੇ ਮਾਰਕਸ ਦਿੱਤੇ ਹੋਏ ਨੇ 27 15 50 ਤੇ 100 ਨੰਬਰ ਦਾ ਫਿਰ ਉਸ ਤੋਂ ਬਾਅਦ ਕੀ ਕੀਤਾ ਗਿਆ ਇਹਨਾਂ ਨੇ 40 ਮਾਰਕਸ ਤੇ ਆ ਲੈਕਚਰਸ ਨੇ ਤੇ ਆ ਮਾਰਕਸ ਨੇ ਦੇਖੋ ਤੁਹਾਡੇ ਮਾਰਕਸ ਕਿੰਨੇ ਆਏਗਾ 12 ਮਾਰਕਸ ਦਾ ਆਏਗਾ 6 ਮਾਰਕਸ ਦਾ ਆਏਗਾ 6 ਮਾਰਕਸ ਦਾ ਆਏਗਾ ਬੈਲੈਂਸ ਸ਼ੀਟ ਦੇ ਵਿੱਚੋਂ ਤਾਂ 40 ਮਾਰਕਸ ਇੱਥੋਂ ਬਣਦੇ ਆ ਦੈਨ ਫਿਰ ਜਿਹੜੀ ਤੁਹਾਡੀ ਦੂਸਰੀ ਸੈਕੰਡ ਬੁੱਕ ਆ ਉਹ ਇੰਡੀਅਨ ਇਕਨੋਮੀ ਡਿਵੈਲਪਮੈਂਟ ਉਹਦੇ ਵਿੱਚ ਰਿਫਾਰਮਸ ਆਉਣਗੇ ਡਿਵੈਲਪਮੈਂਟ ਦੇ ਉਹ 12 ਮਾਰਕਸ ਤੇ ਆਉਣਗੇ ਦੈਨ ਤੁਹਾਡੇ ਕੋਲ ਕਰੰਟ ਚੈਲੰਜਸ ਜਿਹੜੇ ਨੇ ਇਕਨੋਮੀ ਫੇਸ ਕਰ ਰਹੀ ਹੈ ਉਹ 22 ਨੰਬਰ ਦੇ ਆਣਗੇ ਤੇ 6 ਨੰਬਰ ਦਾ ਆਏਗਾ ਡਿਵੈਲਪਮੈਂਟ ਐਕਸਪੀਰੀਅੰਸ ਆਫ ਇੰਡੀਆ ਇਹਦੇ ਵਿੱਚੋਂ ਕੀ ਆ 6 ਮਾਰਕਸ ਆਏਗਾ ਤੇ ਟੋਟਲ 40 ਮਾਰਕਸ ਦੋਨੀ ਬੁੱਕਸ ਦੇ ਵਿੱਚੋਂ ਆਏਗਾ ਇਹਦੇ ਵਿੱਚੋਂ ਵੀ 40 ਤੇ ਇਹਦੇ ਵਿੱਚੋਂ ਵੀ ਇੰਡੀਅਨ ਇਕਨੋਮੀ ਦੇ ਵਿੱਚੋਂ ਵੀ 40 ਮਾਰਕਸ ਦਾ ਪੇਪਰ ਆਏਗਾ ਤੇ ਤੁਸੀਂ ਇਸ ਪੇਪਰ ਨੂੰ ਉਸ ਤਰੀਕੇ ਨਾਲ ਦੇਖਣਾ ਵਾ ਤੇ ਇਸ ਚੀਜ਼ ਦੀ ਪ੍ਰਪੇਅਰ ਕਰਨੀ ਆ ਇਹਦਾ ਪ੍ਰੋਜੈਕਟ ਆਏਗਾ ਦੇਖੋ ਹੁਣ ਇੰਟਰੋਡਕਸ਼ਨ ਆਫ ਟੂ ਦੀ ਮਾਈਕਰੋ ਇਕਨੋਮਿਕਸ ਦੇ ਵਿੱਚ ਤੁਸੀਂ ਕੀ ਚੀਜ਼ਾਂ ਪੜ੍ਹਨੀਆਂ ਨੇ ਇਹਦਾ ਤੁਸੀਂ ਸਕਰੀਨਸ਼ਾਟ ਮਾਰ ਕੇ ਵੀ ਰੱਖ ਸਕਦੇ ਹੋ ਵੀ ਦੇਖੋ ਮਾਈਕਰੋ ਇਕਨੋਮਿਕਸ ਕੀ ਆ ਬੇਸਿਕ ਕਨਸੈਪਟਸ ਨੇ ਟੂ ਸੈਕਟਰਲ ਫਲੋ ਪੜ੍ਹਨਾ ਵਾ ਤੇ ਮੈਥਡ ਆਫ ਕੈਲਕੂਲੇਸ਼ਨ ਆਫ ਨੈਸ਼ਨਲ ਇਨਕਮ ਜਿਹਦੇ ਵਿੱਚ ਪ੍ਰੋਡਕਟ ਮੈਥਡ ਆਏਗਾ ਐਕਸਪੈਂਡੀਚਰ ਮੈਥਡ ਆਏਗਾ ਇਨਕਮ ਮੈਥਡ ਆਏਗਾ ਤੇ ਐਗਰੀਗੇਟ ਇਨਕਮ ਦੇ ਵਿੱਚ ਆਏਗਾ ਗ੍ਰੋਸ ਨੈਸ਼ਨਲ ਪ੍ਰੋਡਕਟ ਦਾ ਇਹ ਪੜ੍ਹ ਲੈਣਾ ਵਾ ਤੇ GDP ਦਾ ਵੈਲਫੇਅਰ ਇਹ ਚੀਜ਼ਾਂ ਸਾਨੂੰ ਪੜ੍ਹਨੀਆਂ ਪੈਣਗੀਆਂ ਇਸ ਤੋਂ ਇਲਾਵਾ ਹੋਰ ਕੀ ਚੀਜ਼ਾਂ ਨੇ ਮੀਨਿੰਗ ਪੜ੍ਹਨਾ ਪਏਗਾ ਮਨੀ ਸਪਲਾਈ ਦਾ ਕਰੰਸੀ ਦਾ ਡਿਮਾਂਡ ਡਿਪੋਜ਼ਿਟ ਕੀ ਹੁੰਦਾ ਵਾ ਤੇ ਇਹਨਾਂ ਬਾਰੇ ਸਾਨੂੰ ਜਿਹੜੀਆਂ ਪ੍ਰੋਪਰ ਨੌਲੇਜ ਗੇਨ ਕਰਨੀ ਪਏਗੀ ਨੈਕਸਟ ਦੇਖੋ ਸਾਡੇ ਕੋਲ ਕੀ ਆ ਮਨੀ ਕ੍ਰੀਏਸ਼ਨ ਬਾਏ ਦੀ ਕਮਰਸ਼ੀਅਲ ਬੈਂਕ ਸੈਂਟਰਲ ਬੈਂਕ ਬਾਰੇ ਪੜ੍ਹਨਾ ਪਏਗਾ ਨੈਕਸਟ ਹੈਗਾ ਡਿਟਰਮੀਨੇਸ਼ਨ ਆਫ ਇਨਕਮ ਐਂਡ ਇੰਪਲੋਇਮੈਂਟ ਇਹਦੇ 27 ਲੈਕਚਰ ਲੱਗਣੇ ਆ ਤੇ ਇਹਦੇ ਵਿੱਚ ਤੁਸੀਂ ਐਗਰੀਗੇਟ ਇਨਕਮ ਪ੍ਰੋਪੈਂਸਿਟੀ ਟੂ ਕੰਜ਼ਿਊਮ ਇਹ ਚੀਜ਼ਾਂ ਪੜ੍ਹਨੀਆਂ ਨੇ ਨੈਕਸਟ ਤੁਸੀਂ ਪੜ੍ਹਨਾ ਵਾ ਪ੍ਰੋਬਲਮ ਆਫ ਐਕਸੈਸ ਸਪਲਾਈ ਵੀ ਜੇਕਰ ਐਕਸੈਸ ਸਪਲਾਈ ਜਾਂ ਐਕਸੈਸ ਡਿਮਾਂਡ ਹੋ ਜਾਵੇ ਤਾਂ ਉਹਨੂੰ ਕਿਸ ਤਰੀਕੇ ਨਾਲ ਕੀਤਾ ਜਾਵੇ ਫਿਰ ਹੈ ਤੁਹਾਡੇ ਕੋਲ ਗੌਰਮੈਂਟ ਬਜਟ ਦੇ ਉੱਤੇ ਤੁਹਾਨੂੰ ਪੂਰਾ ਪ੍ਰੋਜੈਕਟ ਬਣਾਉਣਾ ਪਏਗਾ ਜਾਂ ਤੁਸੀਂ ਪ੍ਰੋਪਰ ਪੜ੍ਹਨਾ ਕੀ ਆ ਉਹਦੇ ਵਿੱਚ ਦੇਖੋ ਗੌਰਮੈਂਟ ਬਜਟ ਪੜ੍ਹਨਾ ਵਾ ਕਲਾਸੀਫਿਕੇਸ਼ਨ ਆਫ ਰਿਸਿਪਟਸ ਪੜ੍ਹਨੀਆਂ ਨੇ ਕਲਾਸੀਫਿਕੇਸ਼ਨ ਆਫ ਐਕਸਪੈਂਡੀਚਰ ਤੇ ਗੌਰਮੈਂਟ ਡੈਫੀਸਿਟ ਇਹਦੇ ਬਾਰੇ ਪੜ੍ਹਨਾ ਵਾ ਨੈਕਸਟ ਹੈਗਾ ਤੁਹਾਡਾ ਬੈਲੈਂਸ ਸ਼ੀਟ ਦੇ ਉੱਤੇ ਬੈਲੈਂਸ ਆਫ ਪੇਮੈਂਟ ਦੇ ਉੱਤੇ ਆ ਵੀ ਬੈਲੈਂਸ ਆਫ ਪੇਮੈਂਟ ਕੀ ਹੁੰਦਾ ਵਾ ਬੈਲੈਂਸ ਆਫ ਪੇਮੈਂਟ ਦੇ ਵਿੱਚ ਸਾਨੂੰ ਕਿਹੜੀਆਂ ਚੀਜ਼ਾਂ ਇਨਕਲੂਡ ਕਰਨੀਆਂ ਪੈਣਗੀਆਂ ਤਾਂ ਉਹਦੇ ਬਾਰੇ ਪੂਰਾ ਟੌਪਿਕ ਆ ਦੇਖੋ ਇਸ ਤੋਂ ਬਾਅਦ ਤੁਹਾਡੇ ਕੋਲ ਕੀ ਨੇ ਬੈਲੈਂਸ ਸ਼ੀਟ ਦਾ ਅਕਾਊਂਟਸ ਕੀ ਆ ਮੀਨਿੰਗ ਕੀ ਨੇ ਇਹਦੇ ਵਿੱਚ ਠੀਕ ਆ ਫੋਰਨ ਐਕਸਚੇਂਜ ਰੇਟ ਕੀ ਆ ਤੇ ਕਿਸ ਤਰੀਕੇ ਨਾਲ ਵਰਕ ਕਰਦਾ ਵਾ ਇਸ ਤੋਂ ਇਲਾਵਾ ਤੁਹਾਡੀ ਕੀ ਆ ਹੁਣ ਇੰਡੀਅਨ ਇਕਨੋਮੀ ਦੀ ਜਿਹੜੀ ਬੁੱਕ ਸਟਾਰਟ ਹੋਏਗੀ ਉਹਦੇ ਵਿੱਚ ਤੁਹਾਡਾ ਸਭ ਤੋਂ ਵੱਡਾ ਜਿਹੜਾ ਪਹਿਲਾ ਪ੍ਰੋਜੈਕਟ ਆ ਉਹ ਕੀ ਆ ਉਹ ਹੈ 49 ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ 1947 ਤੋਂ ਲੈ ਕੇ 90 ਤੱਕ ਜਿਹੜੇ ਡਿਵੈਲਪਮੈਂਟ ਐਕਸਪੀਰੀਅੰਸ ਹੋਏ ਤੇ ਸਾਡੇ ਜਿਹੜੇ ਇਕਨੋਮਿਕ ਰਿਫਾਰਮ ਹੋਇਆ 1991 ਜਿਹੜਾ ਨਿਊ ਇਕਨੋਮਿਕ ਪਾਲਿਸੀ ਕਿਹਾ ਜਾਂਦਾ ਵਾ ਤਾਂ ਉਹਦੇ ਰਿਲੇਟਡ ਅਸੀਂ ਜਿਹੜਾ ਵਾ ਉਹ ਪੜ੍ਹਨਾ ਵਾ ਦੈਨ ਸਾਡੇ ਕੋਲ ਹੈ ਰਿਫਾਰਮਸ ਤੋਂ ਬਾਅਦ ਸਾਡੇ ਕੋਲ ਹੈ ਇਕਨੋਮਿਕ
ਰਿਫਾਰਮਸ ਜਿਹੜੇ ਆਏ ਨੇ ਉਹਦੇ ਵਿੱਚ ਤੁਸੀਂ ਲੇਬਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਤੇ ਗਲੋਬਲਾਈਜੇਸ਼ਨ ਜਿਹੜਾ ਕਿ 1991 ਦੇ ਵਿੱਚ ਜਿਹੜੇ ਰਿਫਾਰਮਸ ਲੈ ਕੇ ਆਏ ਸੀ ਮਨਮੋਹਨ ਸਿੰਘ ਜੀ, ਉਹਦੇ ਬਾਰੇ ਦੱਸਣਾ ਵਾ। ਤੇ ਕਨਸੈਪਟ ਆਫ GST ਤੇ ਡੀਮੋਨੇਟਰਾਈਜੇਸ਼ਨ ਜਿਹੜੇ ਕਿ ਹੁਣ ਹੋਏ ਸੀ 2016 ਤੇ 2017 ਦੇ ਵਿੱਚ ਜਿਹੜੇ ਬਿਗੇਸਟ ਰਿਫਾਰਮ ਹੋਏ ਨੇ ਇੰਡੀਅਨ ਇਕਨੋਮੀ ਦੇ ਵਿੱਚ, ਤਾਂ ਉਹਦੇ ਬਾਰੇ ਡਿਸਕਸ ਕਰਾਂਗੇ। ਤੇ ਉਸ ਤੋਂ ਬਾਅਦ 7th ਯੂਨਿਟ ਦੇ ਵਿੱਚ ਆਏਗਾ ਤੁਹਾਡਾ ਕਰੰਟ ਚੈਲੰਜ ਆਫ ਟੂ ਦੀ ਇੰਡੀਅਨ ਇਕਨੋਮੀ ਦੇ ਕਿਹੜੇ ਚੈਲੰਜਸ ਆ ਰਹੇ ਨੇ, ਹਿਊਮਨ ਕੈਪੀਟਲ ਫਾਰਮੇਸ਼ਨ, ਲੇਬਰ, ਰੂਰਲ ਡਿਵੈਲਪਮੈਂਟ, ਇੰਪਲੋਇਮੈਂਟ, ਇਨਫਰਾਸਟਰਕਚਰ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਸੀਂ ਉਹ ਪੜ੍ਹਨੀਆਂ ਨੇ। ਤੇ ਇਸ ਚੀਜ਼ਾਂ ਤੋਂ ਇਲਾਵਾ ਤੁਸੀਂ ਸਬਸਟੈਂਸ਼ੀਅਲ ਇਕਨੋਮਿਕ ਡਿਵੈਲਪਮੈਂਟ ਵੀ ਪੜ੍ਹਨੀ ਆ। ਇਕਨੋਮਿਕ ਡਿਵੈਲਪਮੈਂਟ ਕੀ ਹੁੰਦੀ ਹੈ ਸਬਸਟੈਂਸ਼ੀਅਲ। ਦੈਨ ਹੈਗਾ ਡਿਵੈਲਪਮੈਂਟ ਐਕਸਪੀਰੀਅੰਸ ਆਫ ਇੰਡੀਆ, ਇਹਦੇ ਬਾਰੇ ਪੜ੍ਹਨਾ ਵਾ। ਇੰਡੀਆ, ਪਾਕਿਸਤਾਨ, ਇੰਡੀਆ ਐਂਡ ਚਾਈਨਾ, ਇਹਨਾਂ ਚੀਜ਼ਾਂ ਇਸ਼ੂਜ਼ ਕ੍ਰੀਏਟ ਕਰਨੇ ਆ। ਤੇ ਪ੍ਰੋਜੈਕਟ ਜਿਹੜਾ ਵਾ ਤੁਹਾਡਾ 20 ਮਾਰਕਸ ਦਾ ਉਹ ਤੁਸੀਂ ਐਕਸਪਲੇਨ ਕਰਨਾ ਵਾ। ਤੇ ਉਸ ਤੋਂ ਇਲਾਵਾ ਦੇਖੋ ਇਹਨਾਂ ਨੇ ਹੋਰ ਕੀ ਦੱਸਿਆ ਗਿਆ ਵਾ, ਤੁਹਾਨੂੰ ਦੱਸਿਆ ਵੀ ਸਟੈਟਿਕਸ ਜਿਹੜੀ ਆਫ ਇਕਨੋਮੀਜ਼, ਇਹਦੀਆਂ NCERT ਦੀਆਂ ਜਿਹੜੀਆਂ ਬੁੱਕਸ ਨੇ ਤੁਸੀਂ ਇਹਦੇ ਵਿੱਚੋਂ ਇਹ ਚੀਜ਼ਾਂ ਪ੍ਰੈਫਰੈਂਸ ਕਰ ਸਕਦੇ ਹੋ। ਤੇ ਇਹਨਾਂ ਦੇ ਪਬਲੀਕੇਸ਼ਨ ਜਿਹੜੇ ਉਹ ਹਿੰਦੀ ਦੇ ਵਿੱਚ ਵੀ ਅਵੇਲੇਬਲ ਨੇ। ਨੈਕਸਟ ਸਾਡੇ ਕੋਲ ਜਿਹੜਾ ਹੈ ਉਹ ਕਰਿਕੂਲਮ ਸਟਾਰਟ ਹੁੰਦਾ ਵਾ। ਤੇ ਇਕਨੋਮਿਕਸ ਦਾ ਜਿਹੜਾ ਪੇਪਰ ਉਹ ਕਿਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ, ਸੇਮ ਉਹੀ ਪ੍ਰੋਸੈਸ ਆ ਵੀ 44 ਮਾਰਕਸ ਦੇ ਜਿਹੜੇ ਨੇ ਤੁਹਾਡੇ ਆਪਣੀ ਮੈਮਰੀਜ਼ ਤੇ ਜਿਹੜੇ ਪ੍ਰੀਵੀਅਸ ਮਟੀਰੀਅਲ ਤੁਸੀਂ ਰੀਡ ਕੀਤਾ ਵਾ, ਇੰਟਰਪ੍ਰੀਟੇਸ਼ਨ ਉਹ ਸਾਰਾ ਕੁਝ ਮੈਟਰ ਕਰੇਗੀ। ਫਿਰ ਅਪਲਾਈ ਕਰਨਾ ਵਾ ਉਸਨੂੰ ਤੇ ਐਨਾਲਾਈਜ਼ ਤੇ ਇਵੈਲੂਏਸ਼ਨ ਕ੍ਰੀਏਸ਼ਨ ਕਰਕੇ 80 ਮਾਰਕਸ ਦਾ ਬਣਾਉਣਾ ਵਾ। ਤੇ ਜਿਹੜਾ ਫਿਜ਼ੀਕਲ ਨੈਕਸਟ ਜਿਹੜਾ ਤੁਹਾਡਾ ਮੇਨ ਸਬਜੈਕਟ ਆ ਫਿਜ਼ੀਕਲ ਦਾ ਜਿਹੜਾ ਵਾ ਉਹ 70 ਮਾਰਕਸ ਦਾ ਪੇਪਰ ਆਏਗਾ। ਉਹਦੇ ਵਿੱਚ ਤੁਹਾਡਾ ਫਸਟ ਹੈਗਾ ਪਲੈਨਿੰਗ ਆਫ ਟੂ ਦੀ ਸਪੋਰਟਸ, ਇਹਦੇ ਵਿੱਚ ਜਿਹੜੀਆਂ ਚੀਜ਼ਾਂ ਲਿਖੀਆਂ ਹੋਈਆਂ ਨੌਕਆਊਟ ਕੀ ਹੁੰਦਾ ਵਾ, ਵੇਰੀਅਸ ਕਮੇਟੀਜ਼, ਰਿਸਪੌਂਸਿਬਿਲਿਟੀ, ਇਹ ਸਾਰੀਆਂ ਚੀਜ਼ਾਂ ਤੁਸੀਂ ਪੜ੍ਹਨੀਆਂ ਨੇ। ਨੈਕਸਟ ਸਾਡੇ ਕੋਲ ਹੈ ਇਸ ਤੋਂ ਇਲਾਵਾ ਤੁਸੀਂ ਕੀ ਪੜ੍ਹਨਾ ਵਾ। ਯੂਨਿਟਸ ਦੇ ਵਿੱਚ ਆਇਆ ਸਪੋਰਟਸ ਤੇ ਨਿਊਟ੍ਰੀਸ਼ਨ ਆ ਰਿਹਾ, ਯੋਗਾ ਤੇ ਲਾਈਫ ਸਟਾਈਲ ਆ ਰਿਹਾ ਵਾ। ਤੇ ਫੋਰਥ ਹੈਗਾ ਵਾ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਆਫ ਚਾਈਲਡ ਵਿਦ ਦੀ ਸਪੈਸ਼ਲ ਨੀਡਸ, ਇਹ ਸਾਰੀਆਂ ਚੀਜ਼ਾਂ ਦੇ ਬਾਰੇ ਤੁਸੀਂ ਜਿਹੜਾ ਵਾ 4th ਯੂਨਿਟ ਦੇ ਵਿੱਚ ਪੜ੍ਹਨਾ ਵਾ। 5th ਯੂਨਿਟ ਹੈ ਉਹ ਚਾਈਲਡ ਐਂਡ ਵੂਮਨ ਸਪੋਰਟਸ ਦੇ ਉੱਤੇ ਹੈ, ਠੀਕ ਹੈ ਜੀ। ਤੇ ਨੈਕਸਟ ਸਾਡੇ ਕੋਲ ਹੈ ਟੈਸਟ ਐਂਡ ਮੇਜਰਮੈਂਟਸ ਆਫ ਟੂ ਦੀ ਸਪੋਰਟਸ, ਤੇ ਇਹਦੇ ਬਾਰੇ ਤੁਸੀਂ ਪੜ੍ਹਨਾ ਵਾ। ਤੇ ਇਹ ਤੋਂ ਬਾਅਦ ਤੁਹਾਡੇ ਜਿਹੜੇ ਨੇ ਸਾਰੇ ਵਰਕ ਉਹ ਕੰਪਲੀਟ ਹੋ ਜਾਂਦੇ ਆ। ਨੈਕਸਟ ਹੈ ਤੁਹਾਡੇ ਕੋਲ ਜਿਹੜਾ ਨੈਕਸਟ ਲਿਆ ਗਿਆ ਵਾ ਉਹ 6th ਪਾਰਟ ਹੋਏਗਾ। ਉਹਦੇ ਵਿੱਚ ਆਏਗਾ ਸਾਈਕੋਲੋਜੀਕਲੀ ਇੰਜਰੀਜ਼ ਇਨ ਦੀ ਸਪੋਰਟਸ ਵਿੱਚ ਜਿਹੜੀਆਂ ਤੁਹਾਡੀ ਇੰਜਰੀਜ਼ ਹੁੰਦੀਆਂ ਨੇ। 7th ਹੈਗਾ ਵਾ ਬਾਇਓਮੈਕੈਨਿਜ਼ਮ ਆਫ ਦੀ ਸਪੋਰਟਸ। ਦੈਨ ਹੈਗਾ ਵਾ ਸਾਈਕੋਲੋਜੀਕਲ ਐਂਡ ਸਪੋਰਟਸ, ਇਹ ਤੁਸੀਂ ਪੜ੍ਹਨੇ ਆ, ਤੁਸੀਂ ਆਪਣੀ ਬੁੱਕ ਤੋਂ ਦੇਖ ਸਕਦੇ ਹੋ, ਇਹਦੇ ਟੌਪਿਕ ਦਾ ਸਕਰੀਨਸ਼ਾਟ ਮਾਰ ਸਕਦੇ ਹੋ। ਦੈਨ ਤੁਹਾਡੇ ਕੋਲ ਕੀ ਹੋਏਗਾ ਟ੍ਰੇਨਿੰਗ ਇਨ ਦੀ ਸਪੋਰਟਸ। ਫਿਰ ਉਹ ਤੋਂ ਬਾਅਦ ਜਿਹੜਾ ਤੁਹਾਡਾ ਪ੍ਰੈਕਟੀਕਲ ਉਹ 30 ਮਾਰਕਸ ਦਾ ਹੋਏਗਾ। 30 ਮਾਰਕਸ ਨੂੰ ਦੇਖੋ ਨੇ ਕਿਵੇਂ ਡਿਵਾਈਡ ਕੀਤੇ ਗਿਆ। ਫਿਜ਼ੀਕਲ ਜਿਹੜਾ ਫਿਟਨੈਸ ਟੈਸਟ ਆ ਉਹ 6 ਮਾਰਕਸ ਦੇ ਵਿੱਚ ਡਿਵਾਈਡ ਹੋਏਗਾ। ਤੇ ਫਿਰ ਹੈਗਾ ਪ੍ਰੈਫਰੈਂਸੀ ਇੰਡੀਆ ਗੇਮਸ ਵੀ, ਜਿਹੜੇ ਗੇਮਸ ਤੇ ਜਿਹੜੇ ਸਪੋਰਟਸ ਤੁਸੀਂ ਖੇਡਦੇ ਹੋ ਉਹਦੇ ਵਿੱਚੋਂ 7 ਮਾਰਕਸ ਦਾ ਤੁਹਾਨੂੰ ਮਿਲੇਗਾ। ਨੈਕਸਟ ਹੈ ਤੁਹਾਡੇ ਕੋਲ ਯੋਗਾ ਪ੍ਰੈਕਟਿਸ, ਜੇ ਯੋਗਾ ਪ੍ਰੈਕਟਿਸ ਦੇ 5 ਨੰਬਰ ਜੁੜਨੇ ਆ। ਫਿਰ ਰਿਕਾਰਡ ਫਾਈਲ ਜਿਹੜੀ ਤੁਸੀਂ ਬਣਾਈ ਹੋਣੀ ਆ ਉਹਦੇ 5 ਮਾਰਕਸ ਜੁੜਨਗੇ। ਤੇ ਤੁਹਾਡਾ ਵਾਈਵਾ ਵਾ ਉਹ ਵੀ ਜਿਹੜਾ ਵਾ 5 ਮਾਰਕਸ ਉਹ ਜੁੜਨਗੇ। ਦੇਖੋ ਹੁਣ ਉਹਨਾਂ ਨੇ ਜਿਹੜੀਆਂ ਗੇਮਸ ਨੇ ਉਹ ਐਕਸਪਲੇਨ ਕੀਤੀਆਂ ਨੇ ਵੀ ਕਿਹੜੀਆਂ ਗੇਮਸ ਹੋ ਸਕਦੀਆਂ ਨੇ। ਬਾਸਕਿਟਬਾਲ ਹੋ ਸਕਦੀ ਹੈ, ਫੁੱਟਬਾਲ ਹੋ ਸਕਦੀ ਹੈ, ਕਬੱਡੀ, ਖੋ-ਖੋ, ਵਾਲੀਬਾਲ, ਹੈਂਡਬਾਲ, ਹਾਕੀ, ਕ੍ਰਿਕਟ ਤੇ ਕਾਸਕੋ, ਯੂਨਾਈਟਿਡ ਬਾਸਕਿਟਸ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਦੇ ਵਿੱਚ ਹੋਣਗੀਆਂ ਤੇ ਤੁਸੀਂ ਇਸ ਤਰੀਕੇ ਨਾਲ ਇਹ ਚੀਜ਼ਾਂ ਪੜ੍ਹਨੀਆਂ ਨੇ। ਨੈਕਸਟ ਹੈ ਤੁਹਾਡੇ ਕੋਲ ਵੀ ਪ੍ਰੈਕਟੀਕਲ ਜਿਹੜੇ ਨੇ ਉਹ 3 ਪ੍ਰੋਜੈਕਟ ਹੋਣਗੇ, ਜਿਹਦੇ ਵਿੱਚ ਤੁਹਾਡਾ ਕੀ ਆ ਐਡਮਿਨਿਸਟ੍ਰੇਸ਼ਨ ਦੇ ਜਿਹੜਾ ਚਿਲਡਰਨ ਆਫ ਫਿਟਨੈਸ ਟੈਸਟ ਨੂੰ ਕਲੀਅਰ ਕਰੇਗਾ। ਫਿਰ ਉਸ ਤੋਂ ਬਾਅਦ ਜਿਹੜੇ ਨੇ ਹੋਰ ਜਿਹੜੇ ਲੈਵਲ ਡਾਇਗਰਾਮਸ ਨੇ ਉਹਦੇ ਬਾਰੇ ਗੱਲ ਕੀਤੀ ਜਾਊਗੀ। ਦੇਖੋ ਹੁਣ ਇਹ ਸੁਜੈਸ਼ਨ ਦੇ ਰਿਹਾ ਬੱਚਿਆਂ ਨੂੰ ਵੀ ਕਿਸ ਤਰੀਕੇ ਨਾਲ ਤੁਸੀਂ ਇਹ ਜਿਹੜਾ ਵਾ ਪ੍ਰਪੇਅਰ ਕਰਨਾ ਵਾ। ਫਸਟ ਉਹੀ ਚੀਜ਼ ਆ ਵੀ ਤੁਸੀਂ ਰਿਮੈਂਬਰਿੰਗ ਰੱਖਣੀ ਆ, ਫਿਰ ਕਨਸੈਪਟ ਦੀ ਅੰਡਰਸਟੈਂਡਿੰਗ ਰੱਖਣੀ ਆ, ਫਿਰ ਉਸ ਤੋਂ ਬਾਅਦ ਤੁਸੀਂ ਉਹਨੂੰ ਅਪਲਾਈ ਕਰਨਾ ਤੇ ਐਨਾਲਾਈਜ਼ ਤੇ ਇਵੈਲੂਏਸ਼ਨ ਕਰਕੇ ਤੁਸੀਂ ਆਪਣਾ ਇੱਕ ਪੇਪਰ ਜਿਹੜਾ ਵਾ ਉਹ ਪ੍ਰੋਪਰ ਢੰਗ ਦੇ ਨਾਲ ਕੰਪਲੀਟ ਕਰ ਲੈਣਾ ਵਾ। ਤੇ ਇਹ ਸੀਗਾ ਅੱਜ ਦਾ ਸੈਸ਼ਨ ਜਿਹਦੇ ਵਿੱਚ ਅਸੀਂ ਕਮਰਸ ਦੇ ਜਿਹੜੇ ਮੇਨ 4 ਸਬਜੈਕਟ ਸੀ ਉਹਦੇ ਬਾਰੇ ਡਿਸਕਸ ਕੀਤੀ। ਫਸਟ ਅਸੀਂ ਅਕਾਊਂਟਸ ਤੋਂ ਸਟਾਰਟ ਕੀਤਾ ਤੇ ਅਕਾਊਂਟਸ ਦੇ ਪ੍ਰੋਜੈਕਟਸ ਦੇ ਬਾਰੇ ਡਿਸਕਸ ਕੀਤਾ। ਫਿਰ ਬਿਜ਼ਨਸ ਸਟੱਡੀ ਦੇ ਵਿੱਚ ਤੇ ਬਿਜ਼ਨਸ ਸਟੱਡੀ ਦੇ ਪ੍ਰੋਜੈਕਟ ਬਾਰੇ, ਇਕਨੋਮਿਕਸ ਤੇ ਇਕਨੋਮਿਕਸ ਦੇ ਪ੍ਰੋਜੈਕਟ ਬਾਰੇ, ਤੇ ਲਾਸਟ ਵਨ ਫਿਜ਼ੀਕਲ ਤੇ ਫਿਜ਼ੀਕਲ ਦੇ ਪ੍ਰੋਜੈਕਟ ਬਾਰੇ ਡਿਸਕਸ ਕੀਤਾ। ਆਈ ਹੋਪ ਤੁਹਾਨੂੰ ਇਹ ਜਿਹੜਾ ਸੈਸ਼ਨ ਉਹ ਵਧੀਆ ਲੱਗਿਆ ਹੋਵੇਗਾ। ਜੇ ਸੈਸ਼ਨ ਵਧੀਆ ਲੱਗਿਆ ਤਾਂ ਤੁਸੀਂ ਇਹਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਵੱਧ ਤੋਂ ਵੱਧ ਮੇਰੇ ਚੈਨਲ ਦੇ ਨਾਲ ਜੁੜੋ। Just do it for our bright futures and share with others and other informations related to the other streams syllabus I will uploading next video in coming soon. So share with this video with others, and thanks a lot watching for my session, and also when you have been gaining some kind of the knowledge, so please like my session. Thanks a lot watching for my session.